ਕੰਚੀ ਟੀਵੀ ਨਾਲ ਜੁੜੇ ਬੈਠੇ ਸਾਰੇ ਦੋਸਤ ਮਿੱਤਰ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਭੁਪਿੰਦਰ ਅਹੀਰ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ, ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਤੇ। ਜਿਸ ਵੀ ਧਰਮ ਦੇ ਨਾਲ ਤੁਸੀਂ ਜੁੜੇ ਹੋ, ਕੰਚੀ ਟੀਵੀ ਸਾਰਿਆਂ ਦੇ ਧਰਮਾਂ ਦੀ ਬਰਾਬਰ ਰਿਸਪੈਕਟ ਕਰਦਾ ਹੈ। ਅਸੀਂ ਚਾਹੇ ਕਿਸੇ ਵੀ ਧਰਮ, ਕਿਸੇ ਵੀ ਮਜ਼ਹਬ, ਕਿਸੇ ਵੀ ਦੇਸ਼ ਜਾਂ ਕਿਸੇ ਵੀ ਸਮਾਜ ਦੇ ਵਿੱਚ ਅਸੀਂ ਰਹਿੰਦੇ ਹੋਈਏ, ਸਾਂਝੀਵਾਲਤਾ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਸਾਂਝੀਵਾਲਤਾ ਦੀ ਗੱਲ ਕੀਤੀ ਜਾਂਦੀ ਹੈ। ਉਹਨਾਂ ਰਿਸ਼ੀਆਂ, ਮੁਨੀਆਂ, ਪੈਗੰਬਰਾਂ, ਗੁਰੂਆਂ, ਪੀਰਾਂ ਦੀ ਗੱਲ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਇਨਸਾਨੀਅਤ ਦੀ ਗੱਲ ਕੀਤੀ, ਜਿਨ੍ਹਾਂ ਨੇ ਧਰਮ ਦੇ ਨਾਂ 'ਤੇ ਪਾਈਆਂ ਹੋਈਆਂ ਵੰਡੀਆਂ ਨੂੰ ਤੋਂ ਉੱਚਾ ਉੱਠ ਕੇ ਸਾਨੂੰ ਆਪਸ ਦੇ ਵਿੱਚ ਪ੍ਰੇਮ ਪਿਆਰ ਦੇ ਨਾਲ ਰਹਿਣ ਦੀ ਸਾਨੂੰ ਗੱਲ ਦੱਸੀ। ਧਰਮ ਦੁਨੀਆ ਵਿੱਚ ਬਹੁਤ ਹਨ, ਹਰ ਇੱਕ ਧਰਮ ਦਾ ਆਪੋ ਆਪਣਾ ਯਕੀਨ ਹੁੰਦਾ ਹੈ, ਆਪੋ ਆਪਣਾ ਬਲੀਵ ਹੁੰਦਾ ਹੈ, ਆਪੋ ਆਪਣੇ ਤੌਰ ਤਰੀਕਿਆਂ ਦੇ ਨਾਲ ਮੈਡੀਟੇਸ਼ਨ ਕਰਨ ਦੇ ਜਾਂ ਪ੍ਰੇਅਰ ਕਰਨ ਦੇ, ਪੂਜਾ ਪਾਠ ਕਰਨ ਦੇ ਆਪੋ ਆਪਣੇ ਤਰੀਕੇ ਹੁੰਦੇ ਹਨ। ਜਿਸ ਦੇਸ਼ ਦੇ ਵਿੱਚ, ਜਿਸ ਸਮਾਜ ਦੇ ਵਿੱਚ ਅਸੀਂ ਜਨਮੇ ਹੁੰਦੇ ਹਾਂ, ਉਸ ਸਮਾਜ ਦੇ ਵਿੱਚ ਰਹਿ ਕੇ ਅਸੀਂ ਉਸ ਦੀਆਂ ਜੋ ਧਰਮ ਦੀਆਂ ਰੀਤਾਂ ਹੁੰਦੀਆਂ ਹਨ, ਜੋ ਰਿਵਾਜ ਹੁੰਦੇ ਹਨ, ਅਸੀਂ ਉਸੇ ਹੀ ਤਰੀਕੇ ਦੇ ਨਾਲ ਪੂਜਾ ਪਾਠ ਅਤੇ ਪ੍ਰੇਅਰ ਕਰਦੇ ਹਨ। ਪਰ ਅਬਵ ਆਲ, ਜੇ ਅਸੀਂ ਉਹਨਾਂ ਤੋਂ ਇੱਕ ਥੋੜ੍ਹੀ ਜਿਹੀ ਇੱਕ ਸਿੱਖਿਆ ਲੈ ਲਈਏ ਕਿ ਅਸੀਂ ਸਾਰੇ ਇਨਸਾਨ ਹਾਂ, ਅਸੀਂ ਸਾਰੇ ਬਰਾਬਰ ਹਾਂ, ਅਸੀਂ ਕਿਸੇ ਤਰੀਕੇ ਦੇ ਨਾਲ ਵੀ ਪੂਜਾ ਕਰੀਏ, ਅਸੀਂ ਕਿਸੇ ਤਰੀਕੇ ਦੇ ਨਾਲ ਵੀ ਪਾਠ ਕਰੀਏ, ਅਸੀਂ ਕਿਸੇ ਧਾਰਮਿਕ ਅਸਥਾਨ 'ਤੇ ਜਾ ਕੇ ਅਸੀਂ ਉੱਥੇ ਕਿਸੇ ਤਰੀਕੇ ਦੇ ਨਾਲ ਵੀ ਜਾਂ ਸਜਦੇ ਕਰੀਏ, ਜਾਂ ਅਸੀਂ ਗੰਗਾ 'ਤੇ ਜਾ ਕੇ ਨਹਾਈਏ, ਜਾਂ ਅਸੀਂ ਕਿਤੇ ਪੂਜਾ ਪਾਠ ਕਰੀਏ ਜਾਂ ਅਖੰਡ ਪਾਠ ਕਰੀਏ, ਸਾਨੂੰ ਆਪਸ ਦੇ ਵਿੱਚ ਮਤਭੇਦ ਕੋਈ ਵੀ ਕ੍ਰੀਏਟ ਨਹੀਂ ਕਰਨਾ ਚਾਹੀਦਾ। ਹਰ ਇੱਕ ਧਰਮ ਦੇ ਆਪੋ ਆਪਣੇ ਤਰੀਕੇ ਹਨ, ਆਪੋ ਆਪਣੇ ਬਲੀਫ ਹਨ। ਕੰਚੀ ਟੀਵੀ ਦਾ ਇਹ ਮੇਨ ਮਕਸਦ ਹੁੰਦਾ ਹੈ ਕਿ ਸਾਰੇ ਧਰਮਾਂ ਦੀ ਬਰਾਬਰ ਰਿਸਪੈਕਟ ਕੀਤੀ ਜਾਵੇ, ਅਤੇ ਖਾਸ ਕਰਕੇ ਜੋ ਵੀ ਪੀਰ ਪੈਗੰਬਰਾਂ ਨੇ ਸਾਨੂੰ ਸਾਂਝੀਵਾਲਤਾ ਦੀਆਂ ਗੱਲਾਂ ਕੀਤੀਆਂ ਹਨ, ਸਾਨੂੰ ਆਪਸ ਵਿੱਚ ਪ੍ਰੇਮ ਭਾਈਚਾਰੇ ਦੀਆਂ ਗੱਲਾਂ ਕੀਤੀਆਂ ਹਨ, ਅਸੀਂ ਉਹਨਾਂ ਦੀ ਗੱਲ ਕਰਿਆ ਕਰਦੇ ਹਾਂ। ਦੁਨੀਆ ਦੇ ਵਿੱਚ ਜਿੰਨੇ ਵੀ ਪੀਰ ਪੈਗੰਬਰ ਆਉਂਦੇ ਹਨ, ਉਹ ਅਕਸਰ ਇਨਸਾਨੀਅਤ ਦੀ ਗੱਲ ਕਰਦੇ ਹਨ। ਉਹ ਕਿਸੇ ਧਰਮ ਨੂੰ ਜਨਮ ਨਹੀਂ ਦਿੰਦੇ, ਪਰ ਜਦੋਂ ਅਸੀਂ ਉਸ ਦੇ ਫੋਲੋਅਰ ਬਣ ਜਾਂਦੇ ਹਾਂ ਤੇ ਸਾਡੇ ਵਿੱਚ ਕੁਛ ਨਾ ਕੁਛ ਡਿਵੀਜ਼ਨਸ ਕ੍ਰੀਏਟ ਹੋ ਜਾਂਦੀਆਂ ਹਨ, ਕੁਛ ਨਾ ਕੁਛ ਸਾਡੇ ਆਪਸ ਦੇ ਵਿੱਚ ਵੰਡੀਆਂ ਪੈ ਜਾਂਦੀਆਂ ਹਨ। ਉਹਨਾਂ ਵੰਡੀਆਂ ਨੂੰ ਮਿਟਾਉਣ ਦੇ ਹੀ ਲਈ ਗੁਰੂ ਪੀਰ ਪੈਗੰਬਰ ਆ ਕੇ ਸਾਨੂੰ ਇੱਕ ਸਹੀ ਰਸਤਾ ਦਿਖਾਉਂਦੇ ਹਨ। ਸਤਿਗੁਰੂ ਰਵਿਦਾਸ ਜੀ ਵੀ ਇਸੇ ਤਰ੍ਹਾਂ ਹੀ ਉਹਨਾਂ ਨੇ ਦੁਨੀਆ 'ਤੇ ਆ ਕੇ ਸਾਨੂੰ ਬਹੁਤ ਸਾਰੇ ਸ਼ਲੋਕ, ਬਹੁਤ ਸਾਰੇ ਸ਼ਬਦ, ਬਹੁਤ ਸਾਰੇ ਸਾਨੂੰ ਜ਼ਿੰਦਗੀ ਜਿਉਣ ਦੇ ਇੰਨੇ ਚੰਗੇ ਰਸਤੇ ਦਿਖਾਏ ਕਿ ਅੱਜ ਦੀ ਸਾਇੰਸ, ਅੱਜ ਦਾ ਲੌਜਿਕ, ਅੱਜ ਦੀ ਟੈਕਨੋਲੋਜੀ ਉਹਨਾਂ ਗੱਲਾਂ ਨੂੰ ਕਦੇ ਵੀ ਚੈਲੰਜ ਨਹੀਂ ਕਰ ਸਕਦੀ। ਦੇਖਦੇ ਹਾਂ ਕਿ ਅੱਜ ਕਰੋਨਾ ਵਾਇਰਸ ਦੇ ਮਤਲਬ ਕਾਫੀ ਦਿਨਾਂ ਤੋਂ ਬਾਅਦ ਦੇ ਵਿੱਚ ਇੰਗਲੈਂਡ ਦੇ ਵਿੱਚ ਬਹੁਤ ਇਹਦੇ ਵਿੱਚ ਥੋੜੀ ਸ਼ਾਂਤੀ ਆਈ ਹੈ। ਅੱਜ ਤਕਰੀਬਨ 15 ਕੋ ਡੈਥ ਹੋਈਆਂ ਹਨ ਪਿਛਲੇ ਲਾਸਟ 24 ਆਵਰ ਦੇ ਵਿੱਚ, ਅਤੇ ਤਕਰੀਬਨ 42,647 ਲੋਕ ਕਰੋਨਾ ਵਾਇਰਸ ਦੀ ਬਿਮਾਰੀ ਦੇ ਨਾਲ ਇੰਗਲੈਂਡ ਦੇ ਵਿੱਚ ਆਪਣੀ ਜ਼ਿੰਦਗੀ ਦੇ ਬੈਠੇ ਹਨ। ਇਸੇ ਤਰ੍ਹਾਂ ਹੀ ਅਗਰ ਵਰਲਡ ਵਾਈਡ ਦੇਖੀਏ, ਅਮਰੀਕਾ ਦੇ ਵਿੱਚ ਦੇਖੀਏ ਜਾਂ ਫਿਰ ਇੰਡੀਆ ਦੇ ਵਿੱਚ ਦੇਖੀਏ, ਬਹੁਤ ਸਾਰੇ ਲੋਕ ਇਸ ਬਿਮਾਰੀ ਦੇ ਨਾਲ ਲੜ ਰਹੇ ਹਨ। ਬਹੁਤ ਸਾਰੇ ਲੋਕ ਆਪਾਂ ਸਾਰੇ ਹੀ ਇਸ ਬਿਮਾਰੀ ਤੋਂ ਡਰਦੇ ਹਾਂ, ਇੱਕ ਦੂਸਰੇ ਤੋਂ ਪਰੇ ਪਰੇ ਰਹਿੰਦੇ ਹਾਂ, ਇੱਕ ਦੂਸਰੇ ਦੇ ਲਾਗੇ ਆਉਣ ਦੇ ਨਾਲ ਇਹ ਬਿਮਾਰੀ ਲੱਗ ਜਾਂਦੀ ਹੈ। ਆਓ ਆਪਾਂ ਥੋੜ੍ਹਾ ਜਿਹਾ ਸਾਵਧਾਨ ਹੋਈਏ, ਕਿਉਂਕਿ ਇੱਥੋਂ ਦੀ ਤਕਰੀਬਨ 100 ਦਿਨ ਹੋ ਚੁੱਕੇ ਹਨ ਲੋਕਡਾਊਨ ਹੋਇਆ, 3 ਮਹੀਨੇ ਤੋਂ ਵੀ ਜ਼ਿਆਦਾ ਟਾਈਮ ਹੋ ਚੁੱਕਿਆ ਹੈ। ਇਮੈਜਿਨ ਕਰੋ ਕਿ 3 ਮਹੀਨੇ ਲਈ ਦੁਨੀਆ ਰੁਕ ਜਾਣੀ ਦਾ ਕਿੰਨਾ ਕੁ ਨੁਕਸਾਨ ਹੁੰਦਾ ਹੋਵੇਗਾ। ਅਗਰ ਇੱਕ ਦਿਨ ਲਈ ਦੁਨੀਆ ਰੁਕਦੀ ਹੈ, ਇੱਕ ਦਿਨ ਲਈ ਕੋਈ ਸਟ੍ਰਾਈਕ ਕਰਦਾ ਹੈ ਜਾਂ ਛੁੱਟੀ ਕਰਦਾ ਹੈ, ਅਸੀਂ ਸੋਚਦੇ ਹਾਂ ਕਿ ਇੰਨਾ ਨੁਕਸਾਨ ਹੋ ਗਿਆ, ਇੰਨਾ ਘਾਟਾ ਪੈ ਗਿਆ, ਪਰ ਫਿਰ ਵੀ ਹੌਲੀ ਹੌਲੀ ਵੀ ਆਰ ਕਮਿੰਗ ਬੈਕ ਟੂ ਨੋਰਮਲ। ਅਤੇ ਸਾਨੂੰ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਜਿਸ ਨੇ ਇਹ ਪ੍ਰੋਬਲਮ ਕ੍ਰੀਏਟ ਕੀਤੀ ਹੈ। ਉਸ ਨੇ ਇਸ ਚੀਜ਼ ਨੂੰ ਇਹ ਦੁਨੀਆ ਤੋਂ ਖਤਮ ਵੀ ਕਰਨਾ ਹੈ। ਅਤੇ ਇਸ ਚੀਜ਼ ਦੇ ਨਾਲ ਨਾਲ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਸਾਡੇ ਕਲਾਈਮੇਟ ਦੇ ਵਿੱਚ ਜਾਂ ਸਾਡੇ ਐਟਮੋਸਫੀਅਰ ਦੇ ਵਿੱਚ ਕਾਫੀ ਚੇਂਜਸ ਆਈਆਂ ਹਨ। ਅੱਜ ਦਾ ਜੋ ਦਿਨ ਹੈ 22 ਜੂਨ, ਇਹ ਖਾਸ ਕਰਕੇ ਜੋ 21 ਜੂਨ ਦਾ ਦਿਨ ਹੁੰਦਾ ਹੈ, ਉਸ ਨੂੰ ਸਭ ਤੋਂ ਲੌਂਗੈਸਟ ਦਿਨ ਮੰਨਿਆ ਜਾਂਦਾ ਹੈ, ਸਭ ਤੋਂ ਲੰਬਾ ਦਿਨ ਮੰਨਿਆ ਜਾਂਦਾ ਹੈ। ਅਤੇ ਖਾਸ ਕਰਕੇ ਲੋਕ ਜੋ ਸਮਰ ਹੌਲੀਡੇਜ਼ ਹੁੰਦੇ ਹਨ, ਉਹਨਾਂ ਵਿੱਚ ਇੱਧਰ ਉੱਧਰ ਜਾਣਾ ਸ਼ੁਰੂ ਕਰਦੇ ਹਨ। ਵਰਲਡ ਵਾਈਡ, ਚਾਹੇ ਅਸੀਂ ਯੂਰਪ ਦੇ ਵਿੱਚ ਰਹਿੰਦੇ ਹਾਂ, ਚਾਹੇ ਅਸੀਂ ਅਮਰੀਕਾ ਵਿੱਚ ਰਹਿੰਦੇ ਹਾਂ, ਚਾਹੇ ਅਸੀਂ ਕਿਤੇ ਵੀ ਰਹਿੰਦੇ ਹਾਂ, ਸਾਰੇ ਅਸੀਂ ਕੰਮਾਂ ਤੋਂ ਵਿਹਲੇ ਹੋ ਕੇ ਕੁਛ ਨਾ ਕੁਛ ਦਿਨ ਬੁੱਕ ਕਰਕੇ, ਆਪਾਂ ਥੋੜ੍ਹੀ ਬ੍ਰੇਕ ਕਰਕੇ ਆਪਣੇ ਦਿਮਾਗ ਨੂੰ ਜਾਂ ਆਪਣੀ ਬੋਡੀ ਨੂੰ, ਜਿਸਮ ਨੂੰ ਥੋੜ੍ਹੇ ਰਿਲੈਕਸੇਸ਼ਨ ਦੇ ਲਈ ਅਸੀਂ ਕੁਛ ਇੱਕ ਦਿਨਾਂ ਲਈ ਇੱਧਰ ਉੱਧਰ ਜਾਂਦੇ ਹਾਂ, ਘੁੰਮਦੇ ਫਿਰਦੇ ਹਾਂ। ਜੋ ਅਸਲੀ ਇੱਕ ਮੌਸਮ, ਗਰਮੀ ਦਾ ਮੌਸਮ ਹੁੰਦਾ ਹੈ, ਅਸੀਂ ਉਸ ਨੂੰ ਇੰਜੋਏ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਉਮੀਦ ਕਰਦੇ ਹਾਂ ਕਿ ਇਹ ਜੋ ਆਉਣ ਵਾਲਾ ਟਾਈਮ ਹੈ ਉਹ ਸਾਰਿਆਂ ਲਈ ਚੰਗਾ ਆਵੇਗਾ। ਤੇ ਸਾਲ ਦੇ ਵਿੱਚ ਜਿਸ ਤਰ੍ਹਾਂ ਆਪ ਸਾਰਿਆਂ ਨੂੰ ਪਤਾ ਹੀ ਹੁੰਦਾ ਹੈ ਕਿ 52 ਵੀਕਸ 52 ਹਫ਼ਤੇ ਹੁੰਦੇ ਹਨ। ਉਹਨਾਂ 52 ਹਫ਼ਤਿਆਂ ਨੂੰ ਹੀ 4 ਸੀਜ਼ਨ ਦੇ ਵਿੱਚ ਵੰਡਿਆ ਜਾਂਦਾ ਹੈ। ਜੋ ਇਹ ਜਿਸ ਤਰ੍ਹਾਂ ਗਰਮੀ ਦੀ ਸੀਜ਼ਨ ਦੀ ਮੈਂ ਗੱਲ ਕਰ ਰਿਹਾ ਹਾਂ, ਇਸ ਦੇ ਨਾਲ ਹੀ ਸਰਦੀ ਦਾ ਸੀਜ਼ਨ ਵੀ ਹੁੰਦਾ ਹੈ। ਉਸ ਦੇ ਨਾਲ ਬਸੰਤ ਅਤੇ ਪਤਝੜ, ਜਿਸ ਨੂੰ ਸਪਰਿੰਗ, ਆਟਮ, ਸਮਰ ਤੇ ਵਿੰਟਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਆਓ ਆਪਾਂ ਇਸ ਪਲੈਨਟ ਨੂੰ ਲਾਈਵ ਰੱਖਣ ਦੇ ਲਈ, ਇਸ ਪਲੈਨਟ ਦੀ ਐਟਮੋਸਫੀਅਰ ਨੂੰ ਚੰਗਾ ਰੱਖਣ ਦੇ ਲਈ ਕੁਛ ਨਾ ਕੁਛ ਇਸ ਦੇ ਵਿੱਚ ਆਪਣੇ ਵੱਲੋਂ ਜਿੰਨਾ ਵੀ ਹੋ ਸਕੇ ਉਸ ਨੂੰ ਵੱਲੋਂ ਆਪਣੇ ਆਪ ਵੱਲੋਂ ਕੁਛ ਨਾ ਕੁਛ ਉਸ ਦੇ ਵਿੱਚ ਹਿੱਸਾ ਪਾਈਏ, ਇਸ ਨੂੰ ਕਲੀਨ ਰੱਖੀਏ। ਆਪਸ ਦੇ ਵਿੱਚ ਅਗਰ ਅਸੀਂ ਕਿਸੇ ਦੀ ਹੈਲਪ ਕਰ ਸਕਦੇ ਹਾਂ, ਅਸੀਂ ਉਸ ਇਨਸਾਨ ਦੀ ਹੈਲਪ ਕਰੀਏ, ਨਾ ਕਿ ਅਸੀਂ ਖੋਣਾ ਜਾਂ ਕਿਸੇ ਦਾ ਹੱਕ ਰੱਖਣਾ ਜਾਂ ਕਿਸੇ ਦੀ ਮਿਹਨਤ ਮਜ਼ਦੂਰੀ ਰੱਖਣ ਤੋਂ ਥੋੜ੍ਹਾ ਜਿਹਾ ਅੱਗੇ ਉੱਠ ਕੇ ਅਸੀਂ ਦੂਸਰੇ ਦੀ ਜ਼ਰੂਰਤ ਨੂੰ ਆਪਣੇ ਦੀ ਜ਼ਰੂਰਤ ਦੇ ਨਾਲੋਂ ਅਸੀਂ ਚੰਗਾ ਸਮਝੀਏ। ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਚੰਗਾ ਕੰਮ ਕਰਦੇ ਹਾਂ, ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ, ਉਸ ਦਿਨ ਅਸੀਂ ਘਰ ਜਿਸ ਵੇਲੇ ਜਾਂਦੇ ਹਾਂ, ਅਸੀਂ ਆਪਣੇ ਆਪ ਨੂੰ ਬਹੁਤ ਹੀ ਰਿਲੈਕਸ, ਕਾਮ, ਸ਼ਾਂਤ ਦੇਖਦੇ ਹਾਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਚੰਗਾ ਕੰਮ ਹੁੰਦਾ ਹੈ ਤੇ ਸਾਡੇ ਘਰਾਂ ਦੇ ਵਿੱਚ ਪ੍ਰੋਸਪੈਰਿਟੀ ਹੁੰਦੀ ਹੈ, ਸ਼ਾਂਤੀ ਹੁੰਦੀ ਹੈ। ਇਹੀ ਧਰਮਾਂ ਦੇ ਅਸਲੀ ਮਕਸਦ ਹੁੰਦੇ ਹਨ ਕਿ ਅਸੀਂ ਆਪਣੀ ਜ਼ਿੰਦਗੀ ਜਿਉਣ ਦੇ ਨਾਲ ਨਾਲ ਅਸੀਂ ਦੂਸਰਿਆਂ ਦੀ ਜ਼ਿੰਦਗੀ ਦਾ ਵੀ ਅਸੀਂ ਖਿਆਲ ਰੱਖਣਾ ਹੈ। ਅਗਰ ਹੋ ਸਕੇ ਕੋਸ਼ਿਸ਼ ਕਰੋ ਕਿ, ਕਿਉਂਕਿ ਅਸੀਂ ਸਾਰੇ ਹੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਕਿਤੇ ਨਾ ਕਿਤੇ ਗਲਤ ਹੁੰਦੇ ਹਾਂ, ਜਾਣੇ ਅਣਜਾਣੇ ਜਾਂ ਫਿਰ ਜਾਣ ਬੁੱਝ ਕੇ ਵੀ ਸਾਡੇ ਕੋਲ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ। ਲਾਈਫ ਡਜ਼ ਨਾਟ ਅਲਾਉ ਅਸ ਟੂ ਗੋ ਬੈਕ ਐਂਡ ਫਿਕਸ ਵਾਟ ਐਵਰ ਵੀ ਹੈਵ ਡਨ ਰੋਂਗ ਇਨ ਦਾ ਪਾਸਟ। ਕੋਈ ਵੀ ਜ਼ਿੰਦਗੀ ਦੇ ਵਿੱਚ ਸਾਨੂੰ ਇਹੋ ਜਿਹਾ ਮੌਕਾ ਨਹੀਂ ਮਿਲਦਾ ਕਿ ਅਸੀਂ ਪਿੱਛੇ ਜਾ ਕੇ ਆਪਣੇ ਕੀਤੀਆਂ ਹੋਈਆਂ ਗਲਤੀਆਂ ਨੂੰ ਉਹਦੇ ਵਿੱਚ ਕਰੈਕਸ਼ਨ ਕਰ ਸਕੀਏ ਜਾਂ ਉਹਨਾਂ ਨੂੰ ਫਿਕਸ ਕਰ ਸਕੀਏ। ਪਰ ਜ਼ਿੰਦਗੀ ਇੱਕ ਮੌਕਾ ਜ਼ਰੂਰ ਦਿੰਦੀ ਹੈ ਕਿ ਅਸੀਂ ਬੀਤੇ ਹੋਏ ਕੱਲ੍ਹ ਦੇ ਨਾਲੋਂ ਆਉਣ ਵਾਲੇ ਕੱਲ੍ਹ ਦੇ ਵਿੱਚ ਕੋਈ ਚੰਗਾ ਕੰਮ ਕਰ ਸਕੀਏ, ਅਸੀਂ ਕਿਸੇ ਦਾ ਸਹਾਰਾ ਬਣ ਸਕੀਏ, ਅਸੀਂ ਕਿਸੇ ਦੇ ਨਾਲ ਖੜੇ ਹੋ ਕੇ ਅਗਰ ਉਸ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤੇ ਅਸੀਂ ਅਗਰ ਇਸ ਨੂੰ ਇਹ ਸਮਝੀਏ ਕਿ ਰੱਬ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਸਾਡੀ ਪ੍ਰੇਅਰ ਨੂੰ ਟੈਸਟ ਕਰਨ ਦਾ ਜਾਂ ਫਿਰ ਸਾਡੇ ਕੀਤੇ ਹੋਏ ਕੰਮਾਂ ਨੂੰ ਉਹ ਟੈਸਟ ਕਰਨ ਦਾ ਜਦ ਮੌਕਾ ਆਉਂਦਾ ਹੈ ਤੇ ਸਾਨੂੰ ਕਿਸੇ ਦੇ ਨਾਲ ਕਿਸੇ ਵੇਲੇ ਜ਼ਰੂਰ ਖੜੇ ਹੋਣਾ ਚਾਹੀਦਾ ਹੈ। ਕਿ ਹਰ ਵੇਲੇ ਜਦੋਂ ਅਸੀਂ ਸੁੱਤੇ ਉੱਠਦੇ ਹਾਂ ਤੇ ਸਾਨੂੰ ਜ਼ਿੰਦਗੀ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ, ਕਿਉਂਕਿ ਰੱਬ ਨੇ ਸਾਨੂੰ ਬਹੁਤ ਸਾਰੀ ਅਣਮੁੱਲੀ ਪ੍ਰਾਈਸਲੈਸ ਏਅਰ ਦਿੱਤੀ ਹੈ, ਹਵਾ ਦਿੱਤੀ ਹੈ, ਆਕਸੀਜਨ ਦਿੱਤੀ ਹੈ, ਉਸ ਦੇ ਨਾਲ ਨਾਲ ਸਾਨੂੰ ਗ੍ਰੀਨਰੀ ਵੀ ਦਿੱਤੀ ਹੈ, ਸਾਨੂੰ ਫਲ, ਫਰੂਟ, ਵੈਜੀਟੇਬਲਸ ਬਹੁਤ ਕੁਝ ਦਿੱਤਾ ਹੈ, ਠੰਡ ਦਿੱਤੀ ਹੈ, ਗਰਮੀ ਦਿੱਤੀ ਹੈ, ਸਨਸ਼ਾਈਨ ਦਿੱਤੀ ਹੈ, ਗ੍ਰੀਨਰੀ ਦਿੱਤੀ ਹੈ, ਜ਼ਮੀਨ ਅਸਮਾਨ ਦਿੱਤੀ ਹੈ। ਅਗਰ ਅਸੀਂ ਪੈਸਿਆਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਖਰੀਦਣਾ ਚਾਹੀਏ, ਅਸੀਂ ਕਦੇ ਵੀ ਨਹੀਂ ਖਰੀਦ ਸਕਦੇ। ਇਸ ਕਰਕੇ ਜਿਸ ਨੇ ਸਾਨੂੰ ਪੈਦਾ ਕੀਤਾ ਹੈ ਸਾਨੂੰ ਉਸ ਦਾ ਸ਼ੁਕਰ ਅਦਾ ਜ਼ਰੂਰ ਕਰਨਾ ਚਾਹੀਦਾ ਹੈ। ਅਸੀਂ ਕਿਸੇ ਤਰੀਕੇ ਦੇ ਨਾਲ ਵੀ ਕਰੀਏ, ਜਾਂ ਅਸੀਂ ਮੰਦਿਰ ਦੇ ਵਿੱਚ ਜਾ ਕੇ ਕਰੀਏ, ਜਾਂ ਅਸੀਂ ਮਸਜਿਦ ਵਿੱਚ ਜਾਈਏ, ਜਾਂ ਅਸੀਂ ਚਰਚ ਵਿੱਚ ਜਾਈਏ, ਜਾਂ ਅਸੀਂ ਗੁਰਦੁਆਰੇ ਵਿੱਚ ਜਾਈਏ, ਜਾਂ ਅਸੀਂ ਘਰਾਂ ਦੇ ਵਿੱਚ ਬੈਠ ਕੇ ਹੀ ਉਸ ਪਰਮਾਤਮਾ ਦਾ ਸ਼ੁਕਰ ਅਦਾ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਉਸ ਦੀਆਂ ਅਨਮੁੱਲੀਆਂ ਦਾਤਾਂ ਦੀ ਦੇਣ ਨੂੰ ਅਸੀਂ ਕਦੇ ਵੀ ਰਿਟਰਨ ਨਹੀਂ ਕਰ ਸਕਦੇ। ਦੁਆ ਕੀਤੀ ਜਾਂਦੀ ਹੈ, ਪ੍ਰੇਅਰ ਕੀਤੀ ਜਾਂਦੀ ਹੈ, ਅਰਦਾਸ ਕੀਤੀ ਜਾਂਦੀ ਹੈ, ਉਸ ਦਾ ਸਦਕਾ ਹੀ ਜਦ ਸਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹ ਪ੍ਰੋਬਲਮ ਆਟੋਮੈਟਿਕਲੀ ਸੋਲਵ ਹੋ ਜਾਂਦੀ ਹੈ ਅਗਰ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਚੰਗਾ ਕੰਮ ਕੀਤਾ ਹੁੰਦਾ ਹੈ। ਕਹਿੰਦੇ ਨੇ ਕਿ ਜਦੋਂ ਅਸੀਂ ਕੋਈ ਵੀ ਚੰਗਾ ਕੰਮ ਕਰਦੇ ਹਾਂ, ਉਹ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅਸੀਂ ਕੀ ਦਿੱਤਾ ਹੈ ਉਸ ਦੇ ਲਈ ਇਨਸਾਨ ਦੀ ਪਹਿਚਾਣ ਬਣਦੀ ਹੈ। ਅਸੀਂ ਸਮਾਜ ਦੇ ਲਈ, ਅਸੀਂ ਕੌਮ ਦੇ ਲਈ, ਅਸੀਂ ਆਮ ਪਬਲਿਕ ਦੇ ਲਈ ਅਗਰ ਕੁਛ ਸਹੀ ਕਰਦੇ ਹਾਂ, ਕੁਛ ਠੀਕ ਕਰਦੇ ਹਾਂ ਤੇ ਉਸ ਦੇ ਨਾਲ ਸਾਨੂੰ ਪੀਸ ਆਫ ਮਾਈਂਡ ਮਿਲਦੀ ਹੈ ਕਿ ਦੂਸਰੇ ਲੋਕਾਂ ਦੀ ਬਲੈਸਿੰਗ ਵੀ ਮਿਲਦੀ ਹੈ। ਅਗਰ ਅਸੀਂ ਸਿਰਫ ਸੈਲਫਿਸ਼ ਹੋ ਕੇ, ਗ੍ਰੀਡੀ ਹੋ ਕੇ ਆਪਣੇ ਆਪ ਨੂੰ ਹੀ ਉੱਚਾ ਬਣਾਉਣ ਦੇ ਲਈ ਜਾਂ ਆਪਣੇ ਆਪ ਦੇ ਵਿੱਚ ਅਚੀਵਮੈਂਟਸ ਕਰਨ ਦੇ ਵਿੱਚ ਹੀ ਲੱਗੇ ਰਹਿੰਦੇ ਹਾਂ ਤੇ ਉਸ ਦਾ ਸਾਨੂੰ ਭਾਵੇਂ ਇਹ ਉਸ ਦਾ ਫਖਰ ਮਹਿਸੂਸ ਹੁੰਦਾ ਹੋਵੇ ਪਰ ਉਸ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ। ਆਓ ਆਪਾਂ ਕਿਸੇ ਨਾ ਕਿਸੇ ਦਾ ਫਾਇਦਾ ਕਰ ਸਕੀਏ, ਕਿਸੇ ਦੀ ਬਾਂਹ ਫੜ ਕੇ ਕਿਸੇ ਡਿਗੇ ਹੋਏ ਨੂੰ ਸਹਾਰਾ ਦੇ ਸਕੀਏ। ਇਹੀ ਅਸਲ ਦੇ ਵਿੱਚ ਧਰਮ ਦਾ ਸਹੀ ਮਤਲਬ ਹੈ ਕਿ ਅਸੀਂ ਇਨਸਾਨ ਹੋ ਕੇ ਦੂਸਰੇ ਇਨਸਾਨ, ਪਸ਼ੂ ਪੰਛੀ ਜਾਂ ਈਵਨ ਟਰੀ ਵੀ ਹੋਣ, ਅਸੀਂ ਉਹਨਾਂ ਦੀ ਲੁੱਕ ਆਫਟਰ ਕਰਨੀ ਹੈ। ਅਸੀਂ ਉਹਨਾਂ ਨੂੰ ਗਰੋ ਹੋਣ ਦਾ, ਉਹਨਾਂ ਨੂੰ ਵਧਣ ਫੁੱਲਣ ਦਾ ਟਾਈਮ ਦੇਣਾ ਹੈ। ਇਹੀ ਅਸਲ ਵਿੱਚ ਧਰਮ ਹੈ।
यही एक यकीन है, बलीव है, वर्शिप है, ਜਾਂ जो गुरुआं ਦੀ ਟੀਚਿੰਗ ਹੈ, ਉਹਨਾਂ ਸਾਰਿਆਂ ਦੇ ਵਿੱਚੋਂ ਸਾਨੂੰ ਐਂਡ ਤੇ ਮੋਰਲ ਇਹੀ ਮਿਲਦਾ ਹੈ। ਤੇ ਅਸੀਂ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਵਿੱਚੋਂ ਜਦੋਂ ਪੜ੍ਹਦੇ ਹਾਂ, ਉਸ ਦੇ ਵਿੱਚੋਂ ਸਾਨੂੰ ਪੜ੍ਹਨ ਨੂੰ ਮਿਲਦਾ ਹੈ, ਏਕੇ ਮਾਟੀ ਕੇ ਸਭ ਭਾਂਡੇ, ਏਕੇ ਸਿਰਜਣਹਾਰਾ, ਰਵਿਦਾਸ ਵਿਆਪੇ ਏਕੇ ਘਟ ਭੀਤਰ, ਏਕੇ ਘਰੇ ਘਮਿਆਰਾ। फर्क तो कोई रह नहीं जाता, सानू एक ही परमात्मा ने बनाया है, असी एक ही जमीन ते रहिंदे हाँ, असी इक्को जिही हवा दे नाल साह लैंदे हाँ, इक्को जिही ग्रीनरी जां फल फ्रूट जां वैजीटेबल खांदे हाँ, ते फिर साडे विच फर्क की रह जाता है। हर एक धर्म ने आपो अपने तौर तरीकों के नाल, जिस तरह साडे मुसलमान वीर मक्के दे विच जांदे हन, काबे दे विच जाके अपनी जिंदगी दे विच एक बार वो जाके हज जरूर करते हैं, जो सऊदी अरेबिया दे विच बनया होया है, उत्थे जाके वो हज करते हैं अते अपनी जिंदगी नूं वो सक्सैसफुल ते उस अपनी जिन्ने भी सिंस होंदे हैं उन्हां नूं माफ़ करके अपनी जिंदगी एक चंगी ते साफ सुथरी जिंदगी उत्थों वो शुरू करते हैं, जां अपने पाप कीते हुए गुनाहां नूं बख्शाउंदे हैं। ते उस वेले वो इस तरह ही जो हिंदू धर्म है, हिंदू धर्म के मुताबिक भी जो माउंट एवरेस्ट है, जो एक कैलाश पर्वत है, उसके उत्ते जाके जिथे जिन्होंने मन्या जाता है कि जो जिथे शिव जी पार्वती ते गणेश जी का निवास उन्होंने मन्या जाता है कि उत्थों सारे रिवर्स निकलते हैं, ठंडा पानी निकलता है जो सारे भारत नूं ठंडी हवा दिंदा है, ठंडा पानी दिंदा है। असी उन्हां दे विच जाके जदों असी उत्थे जाने हाँ, असी अपने आप नूं काम शांत फील करते हाँ, तो फिर असी अपने कीते हुए गुनाहां दे लई असी दुआ करते हाँ, अरदास करते हाँ, बेनती करते हाँ। मैं जिस तरह पहला गल कीती सी कि जिंदगी कदे ये अलाउ नहीं करती कि असी पिछे जो गुनाह कीते हैं जां जाने अनजाने विच गलती कीती है कि असी उस नूं सही कर सकीए, फिक्स कर सकीए, या उस दे विच करैक्शन कर सकीए। पर जिंदगी एक मौका दोबारा जरूर दिंदी है कि असी बीते हुए गुनाहां तो बेहतर कोई काम कर सकीए। गुरु रविदास जी दे शब्दां नूं, गुरु रविदास जी दे बाणी नूं, जां किसी भी पीर पैगंबर दी बाणी नूं जद असी दिल ला के चित्त ला के पढ़दे हाँ, उस दे विचों सानूं इहो जिहे रिजल्ट मिलदे हन जिन्हां दे नाल सानूं इह महसूस हुंदा है कि देयर इज़ ए सुपर पावर एग्जिस्टेंस है जो सानू चलन फिरन दे विच, तुरन दे विच, बैठन दे विच सानू सहायता करती है। तो गुरु रविदास जी ने तो ये लिख दिता कि काबे और कैलाश में, काबे और कैलाश में जाकू ढूंढन जा, रविदास प्यारा राम तो बैठ रहा मनमा। कि जो परमात्मा है, अल्लाह है, जो साडी सोल है, उसके अंदर ही सानू गॉड की जगह मिल जाती है। कैलाश पर्वत दे विच असी चले जाइए, जां असी काबे पे चले जाइए, जां असी काशी दे विच चले जाइए, जां असी किते होर धार्मिक स्थान ते चले जाइए, हाँ असी उन्हां जगह ते जाके अपने मन की शांति नूं तो जरूर समझते हाँ, पर जो असल दे विच विदन अस क्रिएटर है, गॉड है, जदों असी उसनूं समझण की कोशिश करते हाँ, वो सानू तां ही समझ आउंदा है जदों सानू ये महसूस होंदा है कि वी आर ऑल इक्वल। साडे कोई भी रंग होवे, कोई भी नस्ल होवे, कोई भी धर्म होवे, कोई भी जात होवे, उन्हां सारे पखंडां दा खंडन पीरा पैगंबरां ने कीता। उन्हां सारे वहमां भरमां दे विचों निकलन की आवाज़ सतगुरु रविदास जी ने अज तो 600 साल पहला कांची बनारस दे विच उन्होंने एक जिम्मेवारी समझी कि जो समाज दे विच पाईयां गईयां दराड़ां हन, डिवीजनस हन, मैं इन्हां नूं खत्म करना चाहुंदा हाँ। सतगुरु कबीर जी की गल कर ली जाए, वो बेशक धर्म दे विच मुसलमान धर्म दे विच वो जन्मे सन, ते एक वो वीवर या जुलाहे फैमिली दे विच जो काम करते सन, पर उन्होंने भी सतगुरु रविदास जी की तरह जो एक धर्म के नाँ ते चलाए हुए पखंड सन, उन्हां सारिਆਂ ਨੂੰ खत्म करने दे लई एक इहो जही बाणी शब्द उन्हां ਨੂੰ इहो ਜਿਹੇ चंगे तरीके दे नाल लिखिया, लोगों ਨੂੰ समझाया, ਵੱਖ-ਵੱਖ रागां दे विच, ਵੱਖ-ਵੱਖ शहरां दे विच जाके उन्हां ने इंसानियत दी, ह्यूमैनिटी दी जां
ਆਪਸ ਦੇ ਵਿੱਚ ਪ੍ਰੇਮ ਪਿਆਰ ਦੀ ਜੋ ਗੱਲ ਕੀਤੀ ਹੈ, ਉਹਨਾਂ ਗੱਲਾਂ ਕਰਕੇ ਹੀ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਪਿਛਲੇ ਹਫਤੇ ਸਤਿਗੁਰੂ ਰਵਿਦਾਸ ਜੀ ਦਾ ਜੋ ਜੋਤੀ ਜੋਤ ਸਮਾਏ ਦਿਵਸ ਸੀ, ਉਹ ਹਾੜ ਦੀ ਸੰਗਰਾਂਦ ਨੂੰ ਉਹ ਦੁਨੀਆ ਭਰ ਦੇ ਵਿੱਚ ਮਨਾਇਆ ਗਿਆ। ਤੇ ਜੋ ਵੀ ਪੀਰ ਪੈਗੰਬਰ ਹੁੰਦੇ ਹਨ, ਉਹਨਾਂ ਦੇ ਆਉਣ ਦੇ ਟਾਈਮ ਜਾਂ ਜਾਣ ਦੇ ਟਾਈਮ ਉਹ ਬੇਸ਼ੱਕ ਸਾਨੂੰ ਪੂਰੀ ਤਰ੍ਹਾਂ ਉਹਨਾਂ ਦੇ ਬਾਰੇ ਵਿੱਚ ਨੌਲੇਜ ਨਹੀਂ ਹੁੰਦਾ। ਜਿਉਂ-ਜਿਉਂ ਅਸੀਂ ਹਿਸਟਰੀ ਨੂੰ ਪੜ੍ਹਦੇ ਹਾਂ, ਤਿਉਂ-ਤਿਉਂ ਸਾਨੂੰ ਉਹਨਾਂ ਦੇ ਬਾਰੇ ਵਿੱਚ ਕੁਛ ਨਾ ਕੁਛ ਪਤਾ ਲੱਗਦਾ ਹੈ। ਸਤਿਗੁਰੂ ਰਵਿਦਾਸ ਜੀ ਬਨਾਰਸ ਦੀ ਧਰਤੀ ਦੇ ਵਿੱਚ 1377 ਮਾਘ ਦੀ ਪੁੰਨਿਆ 1433 ਮਾਘਸ ਕੀ 15 ਜੋ ਦੇਸੀ ਮਹੀਨੇ ਦੇ ਵਿੱਚ ਉਹ 1433 ਤੇ ਜੋ 1377 ਈਸਵੀ ਦੇ ਵਿੱਚ ਜੋ ਅੱਜ ਚੱਲ ਰਿਹਾ ਹੈ 2020, ਉਸ ਦੇ ਹਿਸਾਬ ਦੇ ਨਾਲ ਉਹ 1377 ਦੇ ਵਿੱਚ ਬਨਾਰਸ ਦੇ ਵਿੱਚ ਜਨਮੇ ਸਨ। ਤੇ ਇਸੇ ਕਰਕੇ ਹੀ ਜੋ ਇਸ ਸਾਲ ਦੇ ਵਿੱਚ 643ਵਾਂ ਗੁਰਪੁਰਬ 643rd ਗੁਰਪੁਰਬ ਸਤਿਗੁਰੂ ਰਵਿਦਾਸ ਜੀ ਦਾ ਮਨਾਇਆ ਗਿਆ ਸੀ। ਤੇ 1528 ਤੇ ਮਾਘ ਜੋ ਹਾੜ ਮਹੀਨੇ ਦੀ ਜੋ ਸੰਗਰਾਂਦ ਹੁੰਦੀ ਹੈ, ਜੋ ਜੂਨ ਮਹੀਨੇ 'ਚ ਹਾੜ ਦਾ ਮਹੀਨਾ ਹੁੰਦਾ ਹੈ, ਉਸ ਵੇਲੇ ਉਹ ਆਪਣੀ ਜ਼ਿੰਦਗੀ ਦੇ ਵਿੱਚ 151 ਸਾਲ 151 ਈਅਰ ਦੀ ਜ਼ਿੰਦਗੀ ਨੂੰ ਭੋਗ ਕੇ ਉਹ ਸਾਨੂੰ ਬਹੁਤ ਸਾਰੇ ਸ਼ਬਦ, ਬਹੁਤ ਸਾਰੀ ਬਾਣੀ, ਬਹੁਤ ਸਾਰੇ ਸ਼ਲੋਕ ਲਿਖ ਕੇ ਸਾਨੂੰ ਦੇ ਗਏ, ਜਿਨ੍ਹਾਂ ਨੂੰ ਅੱਜ ਅਸੀਂ ਸਮਝਦੇ ਨਹੀਂ, ਉਹਨਾਂ ਨੂੰ ਪੜ੍ਹ ਕੇ ਅਣਸੁਣਿਆ ਕਰ ਦਿੰਦੇ ਹਾਂ। ਪੜ੍ਹਦੇ ਜ਼ਰੂਰ ਹਾਂ, ਪਰ ਉਹਨਾਂ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਨਹੀਂ ਕੀਤੀ। ਜਦੋਂ ਅਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਜਿਸ ਤਰ੍ਹਾਂ ਅਸੀਂ ਕਿਸੇ ਵੀ ਧਰਮ ਜਾਂ ਕਿਸੇ ਵੀ ਮਜ਼ਹਬ ਜਾਂ ਕਿਸੇ ਵੀ ਰਿਲੀਜੀਅਸ ਉਹਨਾਂ ਦੀ ਗਾਈਡੈਂਸ ਜਾਂ ਉਹਨਾਂ ਦੀ ਗਾਈਡਲਾਈਨ ਨੂੰ ਜਦੋਂ ਅਸੀਂ ਫੋਲੋ ਕਰਦੇ ਹਾਂ, ਤਾਂ ਹੀ ਸਾਨੂੰ ਉਹਨਾਂ ਨੂੰ ਪੜ੍ਹਨ ਦਾ ਜਾਂ ਸੁਣਨ ਦਾ ਫਾਇਦਾ ਹੁੰਦਾ ਹੈ। ਧਰਮ ਸਾਰੇ ਬਰਾਬਰ ਹਨ, ਕੋਈ ਵੀ ਧਰਮ ਕਿਸੇ ਦੇ ਵਿੱਚ ਕੋਈ ਨਫ਼ਰਤ ਨਹੀਂ ਕਰਦਾ, ਪਰ ਜੋ ਧਰਮ ਦੇ ਬਹੁਤ ਸਾਰੇ ਗਲਤ ਵਿਚਾਰਾਂ ਵਾਲੇ ਲੋਕ ਹੁੰਦੇ ਹਨ, ਉਹ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਅਫਵਾਹ ਛੱਡ ਕੇ ਉਹ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਂਦੇ ਰਹਿੰਦੇ ਹਨ। ਪਰ ਗੁਰੂਆਂ ਨੇ, ਸਤਿਗੁਰੂ, ਖਾਸ ਕਰਕੇ ਸਤਿਗੁਰੂ ਰਵਿਦਾਸ ਜੀ ਨੇ ਬਹੁਤ ਸਾਰੇ ਸ਼ਲੋਕ ਇਸ ਦੇ ਬਾਰੇ ਵਿੱਚ ਲਿਖੇ ਹਨ। ਉਹਨਾਂ ਨੇ ਕਿਹਾ ਹੈ, ਹਿੰਦੂ ਤੁਰਕ ਮੇਂ ਭੇਦ ਨਾਹੀਂ, हिंदू तुर्क में भेद नाही, सब में एक रत और मासा, दो एके दूजा ने कोई पेख्यो सोध रविदासा। उन्होंने इनसानियत की गल की, ह्यूमैनिटी की गल की। जिस शहर दे विच वो जन्मे, कांची बनारस दे विच, वो शहर एक हिंदूइज्म का गढ़ सी। उत्थे लोगों दे विच फर्क पाया जाता सी, डिवीजन पाईयां जांदियां सन। गरीब अमीर दे फर्क दे नाल जो गरीब लोग सी, उन्हां नूं नाम जपण दा जां मंदिर मस्जिद गुरुद्वारे जाण दा कोई भी हक नहीं सी। पर गुरु रविदास ने जिस वेले ये डिस्क्रिमिनेशन देखिया, तो उस वेले उन्होंने आवाज़ उठाई कि जो हिंदू लोग या पंडित लोग जिस तरीके नाल पूजा पाठ करते हैं, वो पूजा पाठ मैं भी कर सकता हाँ। उन्होंने एक कॉन्फिडेंस क्रिएट किया कि अगर वो लोग शंख बजा सकते हैं तो मैं भी शंख बजा सकता हाँ। अगर वो लोग धोती ते टिक्का ला सकते हैं तो मैं भी धोती ते टिक्का ला सकता हाँ। अगर वो लोग रागां दे विच बाणी अते शब्द लिखते हैं तो मैं भी लिख सकता हाँ। उन्होंने अपने मैरिड लाइफ, अपने परिवार दे विच रह के इन्हां गल्लां नूं अपनी जिंदगी दे विच अडॉप्ट किया। उन्होंने इंसानां नूं जां सानूं मेहनत करन, कामकार करन दे उपदेश दिते। उन्हां नूं रोकिया गया कि तू ये काम नहीं कर सकता। जो उस वेले दे धार्मिक लीडर सन, उन्होंने सतगुरु रविदास जी नूं उस वेले दी जो कोर्ट सी जां कचहरी सी, उस दे विच लिजा के खड़ा कर दिता। तो उन्होंने पूछा गया कि तू इहो जिहे काम क्यों कर रहा है, धोती टिक्का ला के शंख बजा के। गुरु रविदास जी ने उन्होंने उस वेले एक मंग की कि मैं दुनिया नूं बराबर देखना चाहता हाँ। दुनिया दे विच इंसानी, हर एक इंसान दे विच इंसानियत देखना चाहता हाँ। कोई बड़ा नहीं, कोई छोटा नहीं, सारे इंसान बराबर हैं। ये उन्होंने शब्दों नूं पढ़ के, उन्होंने हिस्टरी नूं पढ़ के सानूं पता लगता है। तो जिस वेले उन्होंने राजे ने या उत्थों दे जज ने उन्होंने पूछा कि तू किस तरह प्रूव कर सकता हाँ कि जे तेरी प्रेयर सच्ची है, तो जां दूसरे लोग जो प्रेयर करते हैं
ਉਹਨਾਂ ਦੀ ਪ੍ਰੇਅਰ ਵੀ ਸੱਚੀ ਹੈ ਜਾਂ ਝੂਠੀ ਹੈ, ਇਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਫਰਕ ਕਰ ਸਕਦੇ ਹਾਂ? ਜੋ ਜੱਜ ਹੁੰਦਾ ਹੈ, ਜਿਸ ਨੇ ਫੈਸਲਾ ਕਰਨਾ ਹੁੰਦਾ ਹੈ, ਉਹ ਤਾਂ ਸਾਰਿਆਂ ਦੀ ਸੁਣਦਾ ਹੈ। ਤੇ ਉਸ ਵੇਲੇ ਜਿਸ ਵੇਲੇ ਸਤਿਗੁਰੂ ਰਵਿਦਾਸ ਜੀ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਠਾਕਰ ਲੈ ਆਵੋ ਤੇ ਪੰਡਤ ਵੀ ਆਪਣੇ ਠਾਕਰ ਲੈ ਆਉਣ, ਤੇ ਪੰਡਤਾਂ ਨੇ ਜਾ ਕੇ ਉਸ ਵੇਲੇ ਕਹਿੰਦੇ ਨੇ ਕਿ ਜੋ ਉਸ ਵੇਲੇ ਦੇ ਬੁੱਤ ਸੀ ਜਾਂ ਸਟੈਚੂ ਸੀ, ਉਹਨਾਂ ਨੂੰ ਰੂੰ ਦੇ ਵਿੱਚ ਲਪੇਟ ਕੇ ਗੰਗਾ ਤੇ ਲੈ ਕੇ ਗਏ ਤੇ ਉਹਨਾਂ ਨੂੰ ਤਰਨ ਦੇ ਲਈ ਜਾਂ ਸਵਿਮ ਕਰਨ ਦੇ ਲਈ, ਸਵਿਮ ਅਕ੍ਰੋਸ ਦਾ ਰਿਵਰ ਉਹਨਾਂ ਨੂੰ ਕਰਨ ਦੇ ਲਈ ਕਿਹਾ, ਤੇ ਉਹ ਪਾਣੀ ਦੇ ਵਿੱਚ ਡੁੱਬ ਗਏ। ਪਰ ਸਤਿਗੁਰੂ ਰਵਿਦਾਸ ਨੇ ਸਾਨੂੰ ਇੱਕ ਮਿਹਨਤ ਦਾ ਕੰਮ ਕਰਨਾ, ਇਨਸਾਨਾਂ ਦੇ ਵਿੱਚ ਰਹਿ ਕੇ ਇਨਸਾਨਾਂ ਵਾਲੀ ਜ਼ਿੰਦਗੀ ਜੀਣ ਦਾ ਸਬਕ ਦਿੱਤਾ ਸੀ। ਜਿਸ ਵੇਲੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੇ ਠੱਕ ਲੈ, ਸਤਿਗੁਰੂ ਰਵਿਦਾਸ ਨੇ ਸੋਚਿਆ ਕਿ ਮੈਂ ਤੇ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹਾਂ, ਮੈਂ ਤੇ ਇਹੋ ਜਿਹੇ ਸਮਾਜ ਦੀ ਕਲਪਨਾ ਕੀਤੀ ਹੈ ਕਿ ਜਿੱਥੇ ਇਹੋ ਜਿਹੇ ਪਖੰਡਵਾਦ ਨੂੰ ਰੋਕਿਆ ਜਾਵੇ। ਤੇ ਉਹਨਾਂ ਨੇ ਜਿਸ ਵੇਲੇ ਉਹਨਾਂ ਨੂੰ ਰੋਕਿਆ ਗਿਆ ਕਿ ਤੁਸੀਂ ਆਪਣੇ ਠਾਕਰ ਲੈ ਆਓ, ਤੇ ਗੁਰੂ ਰਵਿਦਾਸ ਜੀ ਨੇ ਸੋਚਿਆ ਕਿ ਮੈਂ ਤੇ ਇਹੋ ਜਿਹੇ ਪਖੰਡਾਂ ਦੇ ਵਿੱਚ ਪੈਂਦਾ ਹੀ ਨਹੀਂ, ਮੈਂ ਤਾਂ ਇਹਨਾਂ ਲੋਕਾਂ ਨੂੰ, ਸਾਰੀ ਦੁਨੀਆ ਨੂੰ ਰੋਕਦਾ ਹਾਂ। ਤੇ ਉਹ ਜਿਸ ਪੱਥਰ ਤੇ ਬੈਠ ਕੇ ਕੰਮ ਕਰਦੇ ਸਨ, ਉਹਨਾਂ ਨੇ ਉਹੀ ਪੱਥਰ ਸਿਰ ਤੇ ਚੁੱਕਿਆ ਤੇ ਗੰਗਾ ਵੱਲ ਚਲੇ ਗਏ। ਤੇ ਜਦੋਂ ਉਹਨਾਂ ਨੇ ਉਹ ਪੱਥਰ ਚੱਕ ਕੇ ਗੰਗਾ ਦੇ ਵਿੱਚ ਰੱਖਿਆ, ਤੇ ਕਹਿੰਦੇ ਨੇ ਕਿ ਉਸ ਵੇਲੇ ਉਹ ਪੱਥਰ ਸਵਿਮ ਕਰਦਾ ਪੂਰੀ ਗੰਗਾ ਦੇ ਵਿੱਚ ਉਹ ਤੈਰੀਆਂ ਲਾਉਂਦਾ ਫਿਰਦਾ ਸੀ। ਉਹ ਉਸ ਵੇਲੇ ਦੀ ਜੋ ਜੱਜਮੈਂਟ ਸੀ, ਉਸ ਵੇਲੇ ਦੀ ਜੋ ਰਾਜੇ ਸੀ ਜਾਂ ਉੱਥੇ ਦੀ ਪਬਲਿਕ ਸੀ, ਉਹ ਇਹ ਚੀਜ਼ ਦੇਖ ਕੇ ਹੈਰਾਨ ਹੋ ਗਈ ਕਿ ਸਤਿਗੁਰੂ ਰਵਿਦਾਸ ਜੀ ਜੋ ਗੱਲਾਂ ਕਰ ਰਹੇ ਨੇ ਉਹ ਸਹੀ ਲੱਗਦੀਆਂ ਨੇ। ਅਸੀਂ ਭਰਮਾਂ ਭੁਲੇਖਿਆਂ ਵਿੱਚ ਪੈ ਕੇ ਉਹਨਾਂ ਦੇ ਵਿੱਚੋਂ ਪਖੰਡਵਾਦ ਦੇ ਵਿੱਚ ਪੈ ਕੇ ਅਸੀਂ ਐਵੇਂ ਹੀ ਆਪਣੀ ਜ਼ਿੰਦਗੀ ਨੂੰ ਅਜਾਈ ਗਵਾ ਰਹੇ ਹਾਂ। ਸਤਿਗੁਰੂ ਰਵਿਦਾਸ ਨੇ ਸਾਨੂੰ ਮਿਹਨਤ ਕਰਨ ਦਾ, ਕਾਰੋਬਾਰ ਕਰਨ ਦਾ, ਕੰਮ ਕਰਨ ਦਾ, ਇਨਸਾਨਾਂ ਦੇ ਵਿੱਚ ਰਹਿ ਕੇ ਇਨਸਾਨਾਂ ਵਾਲੀ ਜ਼ਿੰਦਗੀ ਦਾ ਆਦੇਸ਼ ਦਿੱਤਾ। ਉਹਨਾਂ ਨੇ ਸਬਕ ਆਪਣੇ ਜਿੰਨੇ ਵੀ ਸ਼ਲੋਕ ਲਿਖੇ ਉਹ ਸਾਨੂੰ ਕੋਈ ਨਾ ਕੋਈ ਲੈਸਨ ਦਿੰਦੇ ਹਨ। ਉਹਨਾਂ ਲੈਸਨਸ ਦੀ ਵਜ੍ਹਾ ਕਰਕੇ ਹੀ ਅੱਜ ਅਸੀਂ ਉਹਨਾਂ ਨੂੰ ਗੁਰੂ ਜਾਂ ਟੀਚਰ ਦੇ ਨਾਮ ਦੇ ਨਾਲ ਜਾਣਦੇ ਹਾਂ। ਗੁਰੂ ਕਰਕੇ, ਸਤਿਗੁਰੂ, ਕਿਉਂਕਿ ਉਹਨਾਂ ਨੇ ਸੱਚ ਦਾ ਉਪਦੇਸ਼ ਦਿੱਤਾ, ਇਸ ਕਰਕੇ ਆਪਾਂ ਉਹਨਾਂ ਨੂੰ ਸਤਿਗੁਰੂ ਰਵਿਦਾਸ ਜੀ ਦੇ ਨਾਮ ਨਾਲ ਜਾਣਦੇ ਹਾਂ। ਦੂਸਰੇ ਸਟੇਟਾਂ ਦੇ ਵਿੱਚ ਸੰਤ ਰਵਿਦਾਸ, ਬਾਬਾ ਗੁਰੂ ਰਵਿਦਾਸ, ਪੀਰ ਰਵਿਦਾਸ, ਭਗਤ ਰਵਿਦਾਸ, ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਪੁਕਾਰਨਾ ਚਾਹੇ, ਪਰ ਉਹਨਾਂ ਨੂੰ ਉਸ ਬਾਣੀ ਦੇ ਵਿੱਚੋਂ, ਉਹਨਾਂ ਸ਼ਬਦਾਂ ਦੇ ਵਿੱਚੋਂ ਜਦੋਂ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਲੈਸਨ ਮਿਲਦਾ ਹੈ ਤੇ ਫਿਰ ਉਹ ਗੁਰੂ ਵਾਲੇ ਬਣ ਜਾਂਦੇ ਹਨ। ਉਸ ਗੁਰੂ ਨੂੰ ਝੁੱਕ ਕੇ ਸਲੂਟ ਕਰਦੇ ਹਨ ਜਿਨ੍ਹਾਂ ਨੇ ਸਾਨੂੰ ਇਹੋ ਜਿਹੇ ਪਖੰਡਵਾਦ ਦੇ ਵਿੱਚੋਂ ਕੱਢ ਕੇ ਇੱਕ ਚੰਗੇ ਇਨਸਾਨ ਬਣ ਕੇ ਇਨਸਾਨਾਂ ਵਾਲੀ ਜ਼ਿੰਦਗੀ ਜਿਉਣ ਦਾ ਆਦੇਸ਼ ਦਿੱਤਾ। ਆਪਸ ਦੇ ਵਿੱਚ ਊਚ ਨੀਚ, ਗਰੀਬੀ ਅਮੀਰੀ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ। ਗੁਰੂ ਜੀ ਦੀ ਬਾਣੀ, ਗੁਰੂ ਜੀ ਦੇ ਸ਼ਬਦ, ਸਤਿਗੁਰੂ ਕਬੀਰ ਜੀ ਦੀ ਬਾਣੀ, ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ, ਉਹਨਾਂ ਨੂੰ ਜਦੋਂ ਪੜ੍ਹਾਂਗੇ ਸਾਨੂੰ ਉਸ ਦੇ ਵਿੱਚ ਬਹੁਤ ਕੁਝ ਮਿਲੂਗਾ। ਜਿਉਂ-ਜਿਉਂ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦਾ ਪ੍ਰਚਾਰ ਹੁੰਦਾ ਗਿਆ ਤੇ ਉਹਨਾਂ ਦੀ ਮਹਿਮਾ ਵੱਧਦੀ ਗਈ। ਤੇ ਬਨਾਰਸ ਦੇਖ ਲਓ ਕਿੱਥੇ ਹੈ, ਤੇ ਉਸ ਤੋਂ ਬਾਅਦ ਦੇ ਵਿੱਚ ਉਹ ਗੁਜਰਾਤ ਦੇ ਵਿੱਚ ਗਏ, ਗੁਜਰਾਤ ਤੋਂ ਬਾਅਦ ਵਿੱਚ ਰਾਜਸਥਾਨ ਦੇ ਵਿੱਚ ਗਏ, ਰਾਜਸਥਾਨ ਤੋਂ ਬਾਅਦ ਦੇ ਵਿੱਚ ਮਹਾਰਾਸ਼ਟਰ ਤੇ ਹੋਰ ਬਹੁਤ ਸਾਰੀਆਂ ਸਟੇਟਸ ਦੇ ਵਿੱਚੋਂ ਹੁੰਦੇ ਹੋਏ ਉਹ ਦਿੱਲੀ ਸ਼ਹਿਰ ਦੇ ਵਿੱਚ ਆਏ। ਦਿੱਲੀ ਸ਼ਹਿਰ ਦੇ ਵਿੱਚੋਂ ਪੰਜਾਬ ਗਏ, ਪੰਜਾਬ ਦੇ ਵਿੱਚੋਂ ਬਾਅਦ ਲਾਹੌਰ, ਪਾਕਿਸਤਾਨ, ਚੂੜਕਾਣਾ ਵਾਲੀ ਸਾਈਡ ਤੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪੈਦਲ ਚੱਲ ਕੇ ਕਿ ਸਾਰੀ ਦੁਨੀਆ ਦੇ ਵਿੱਚੋਂ ਇੱਕ ਇਹੋ ਜਿਹੇ ਭਰਮਾਂ ਭੁਲੇਖਿਆਂ ਨੂੰ ਮਿਟਾਇਆ ਜਾਵੇ, ਸਾਰੇ ਇਨਸਾਨਾਂ ਨੂੰ ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਰਹਿਣ ਦਾ ਉਪਦੇਸ਼ ਦਿੱਤਾ ਜਾਵੇ। ਤੇ ਜਿਸ ਵੇਲੇ ਕਹਿੰਦੇ ਨੇ ਕਿ ਉਹ ਉਹਨਾਂ ਦੀ ਜ਼ਿੰਦਗੀ ਦੇ ਨਾਲ ਬਹੁਤ ਸਾਰੇ ਇਨਸੀਡੈਂਟ ਹਨ, ਜਿਸ ਤਰ੍ਹਾਂ ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਉਸ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਗਏ। ਤੇ ਇਸੇ ਤਰ੍ਹਾਂ ਹੀ ਜਦੋਂ ਦਿੱਲੀ ਦੇ ਵਿੱਚ ਦਿੱਲੀ ਦੇ ਰਾਜੇ ਨੂੰ, ਰਾਜੇ ਸਿਕੰਦਰ ਲੋਧੀ ਨੂੰ ਪਤਾ ਲੱਗਿਆ ਕਿ ਸਤਿਗੁਰੂ ਰਵਿਦਾਸ ਜੀ ਦੀ ਮਹਿਮਾ ਸਾਰੇ ਲੋਕ ਗਾ ਰਹੇ ਨੇ, ਸਾਰੇ ਉਹਨਾਂ ਨੂੰ ਗੁਰੂ ਮੰਨ ਰਹੇ ਨੇ, ਸਾਰੇ ਉਹਨਾਂ ਦੇ ਆਦੇਸ਼ਾਂ ਨੂੰ ਸੁਣ ਰਹੇ ਨੇ। ਇੱਕ ਪਾਸੇ ਤੇ ਹਿੰਦੂ ਜੋ ਰਾਜੇ ਸਨ ਉਹਨਾਂ ਨੇ ਗੁਰੂ ਜੀ ਦਾ ਵਿਰੋਧ ਕੀਤਾ, ਪਰ ਦੂਸਰੇ ਪਾਸੇ ਜੋ ਕੈਪੀਟਲ ਦਿੱਲੀ ਹੈ ਉਸ ਦੇ ਵਿੱਚ ਰਾਜਾ ਸਿਕੰਦਰ ਸੀ, ਉਸਨੇ ਵੀ ਸਤਿਗੁਰੂ ਰਵਿਦਾਸ ਜੀ ਜਿਸ ਵੇਲੇ ਮਹਿਮਾ ਸੁਣੀ ਤੇ ਉਸਨੇ ਵੀ ਸਤਿਗੁਰੂ ਰਵਿਦਾਸ ਜੀ ਦਾ ਵਿਰੋਧ ਕੀਤਾ। ਤੇ ਉਹਨਾਂ ਨੇ ਸਿਪਾਹੀਆਂ ਨੂੰ ਕਿਹਾ, ਜੋ ਆਪਣੇ ਉਸ ਵੇਲੇ ਦੇ ਉਹਨਾਂ ਦੀ ਸਿਕਿਉਰਿਟੀ ਸੀ, ਉਹਨਾਂ ਨੂੰ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਨੂੰ ਅਰੈਸਟ ਕਰਕੇ ਕੋਰਟ ਦੇ ਵਿੱਚ ਲਿਆਂਦਾ ਜਾਵੇ, ਕਿਉਂ ਨਾ ਆਪਾਂ ਇਹਨੂੰ ਮੁਸਲਮਾਨ ਬਣਾ ਲਈਏ। ਸਤਿਗੁਰੂ ਰਵਿਦਾਸ ਜੀ ਨੂੰ ਧਰਮ ਬਦਲਣ ਦੇ ਲਈ, ਮੁਸਲਮਾਨ ਬਣਨ ਦੇ ਲਈ ਕਿਹਾ। ਤੇ ਪਰ ਗੁਰੂ ਜੀ ਨੇ ਉਹਨਾਂ ਸਾਰੀਆਂ ਗੱਲਾਂ ਦਾ ਸਟ੍ਰੇਟ ਜਵਾਬ ਦਿੱਤਾ, ਇਹ ਕਹਿ ਕੇ कि देहरा और मसीत में रविदास ना सीस नवाए, जान लो सीस नवारना सो ठाकर सब थाए। उन्होंने कहा सी कि मैं
ਸਾਰੇ ਧਰਮਾਂ ਨੂੰ, ਸਾਰੇ ਇਨਸਾਨਾਂ ਨੂੰ ਬਰਾਬਰ ਸਮਝਦਾ ਹਾਂ। ਮੇਰੇ ਲਈ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਬਰਾਬਰ ਹਨ। ਮੈਂ ਇਹਨਾਂ ਦੇ ਵਿੱਚ ਯਕੀਨ ਨਹੀਂ ਰੱਖਦਾ। ਸਿਰਫ ਇਨਸਾਨੀਅਤ, ਸਾਂਝੀਵਾਲਤਾ, ਆਪਸ ਵਿੱਚ ਪ੍ਰੇਮ ਪਿਆਰ ਭਾਈਚਾਰੇ ਦੀ ਗੱਲ ਕਰਦਾ ਹਾਂ। ਜਦੋਂ ਉਹਨਾਂ ਨੇ ਸਤਿਗੁਰੂ ਰਵਿਦਾਸ ਜੀ ਸਤਿਗੁਰੂ ਰਵਿਦਾਸ ਜੀ ਨੇ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ ਤੇ ਉਹਨਾਂ ਨੇ ਸਤਿਗੁਰੂ ਰਵਿਦਾਸ ਜੀ ਨੂੰ ਜੇਲ੍ਹ ਦੇ ਵਿੱਚ, ਸਿਕੰਦਰ ਲੋਧੀ ਨੇ ਜੇਲ੍ਹ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਨੂੰ ਸੁੱਟ ਦਿੱਤਾ। ਸਤਿਗੁਰੂ ਰਵਿਦਾਸ ਨੂੰ ਜਿਸ ਵੇਲੇ ਜੇਲ੍ਹ ਦੇ ਵਿੱਚ ਅਰੈਸਟ ਕਰ ਲਿਆ ਤੇ ਉਹਨਾਂ ਨੇ ਦੇਖਿਆ ਕਿ ਜਦੋਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਜਾਂ ਬੇਸਮੈਂਟ ਦੇ ਵਿੱਚ ਉਹਨਾਂ ਨੂੰ ਬੰਦ ਕਰਕੇ ਰੱਖਾਂਗੇ ਤੇ ਸ਼ਾਇਦ ਇਹਨਾਂ ਦਾ ਮਾਈਂਡ ਚੇਂਜ ਹੋ ਜਾਊਗਾ ਤੇ ਇਹ ਆਪਣੇ ਆਪ ਹੀ ਧਰਮ ਸਵੀਕਾਰ ਕਰ ਲੈਣਗੇ। ਤੇ ਪਰ ਉਸ ਵੇਲੇ ਦੇ ਰਾਜੇ ਨੇ ਕੀ ਦੇਖਿਆ ਕਿ ਸਤਿਗੁਰੂ ਰਵਿਦਾਸ ਜੀ ਸਮਾਧੀ ਲਾ ਕੇ ਉਹਨਾਂ ਦੀ ਜੇਲ੍ਹ ਦੇ ਵਿੱਚ ਬੈਠੇ ਹਨ ਤੇ ਉਸ ਵੇਲੇ ਉਹ ਜਾਪ ਕਰ ਰਹੇ ਹਨ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਾਹੀ ਤੇ ਠਾਉ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ न तरस जवाब। अब मोहे खूब बतन कह पाई, ऊहा खैर सदा मेरे पाई, कायम दायम सदा पातशाही दो। ये जो शब्द का जाप कर रहे थे सतगुरु रविदास जी, उन्होंने जो देखिया राजे ने कि त्यों त्यों सैल करे जो भावे, महर मैना को अटकावे। एक पासे राजे ने बेसमेंट दे विच सतगुरु रविदास जी नूं बंद कर रखिया सी, दूसरे पासे सतगुरु रविदास जी उन्होंने दिख रहे आ कि वो बड़ी मस्ती दे नाल, बड़े ही पार्क वांगू जां वो बड़े ही चंगे तरीके दे नाल जो उन्होंने शब्द दे विच लिखिया कि त्यों त्यों सैल करे जो भावे, वो बड़ी मस्ती दे नाल वो घूम रहे ने, जिस तरह वो बेगमपुरे दे विच घूम रहे होण। ते राजा देख के होर भी हैरान हो गया कि मैं ते गुरु रविदास जी ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ, ਪਰ ਇਹ ਆਦੇਸ਼ ਇਹਨਾਂ ਦਾ ਉਹ ਪ੍ਰੈਕਟੀਕਲੀ ਜੋ ਸ਼ਬਦ ਹੈ ਉਹ ਤੇ ਉਹਨਾਂ ਨੂੰ ਨਿਗਾਹ ਦੇ ਵਿੱਚ ਉਹਨਾਂ ਨੂੰ ਸਾਹਮਣੇ ਹੋ ਕੇ ਦਿਖਣਾ ਸ਼ੁਰੂ ਹੋ ਗਿਆ। ਤੇ ਫਿਰ ਉਹਨਾਂ ਨੇ ਸਤਿਗੁਰੂ ਰਵਿਦਾਸ ਜੀ ਨੂੰ ਹੋਰ ਤਸੀਹੇ ਦਿੱਤੇ ਤੇ ਸਤਿਗੁਰੂ ਰਵਿਦਾਸ ਜੀ ਦੇ ਅੱਗੇ ਜਦ ਉਹਨਾਂ ਦੇ ਕੋਈ ਵੀ ਨਾ ਚੱਲੀ ਤੇ ਸਤਿਗੁਰੂ ਰਵਿਦਾਸ ਜੀ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਤੇ ਸਤਿਗੁਰੂ ਰਵਿਦਾਸ ਜੀ ਨੇ ਉਸ ਵੇਲੇ ਕੋਰਟ ਦੇ ਵਿੱਚ ਜਾ ਕੇ ਇਹੀ ਉਹਨਾਂ ਨੂੰ ਕਿਹਾ कि हिंदू पूजे देहरा मुसलमान मसीत, रविदास पूजे ओ राम को जा निरंतर प्रीत। कहते कि मैं ते रब राम रहीम दे विच कोई फर्क ही नहीं समझदा, मेरे लिए ते सारे ही बराबर हैं। मैं एक इंसानियत की गल करदा हाँ। उस वेले कहते हैं कि सतगुरु रविदास जी नूं उन्होंने उस वेले दे राजे सी जां उस वेले दे जो राजे दे वजीर सन, सलाहकार सन, उन्होंने कहा कि इसने इदा नहीं मनना, इसनूं खत्म करता जाए, मार दिता जाए, इसनूं हाथी दे हाथी दे अगे सिट दिता जाए या शेरां दे अगे सिट दिता जाए, आपे खत्म कहानी खत्म हो जाएगी। तो कहते हैं कि गुरु रविदास जी नूं बन के जो मस्त हाथी सन उस दे अगे सिट दिता गया। उन्होंने कहा सी, उन्होंने सोचा कि शायद ये हाथी अपने आप उन्होंने पैरों के थले लैके कुचल देगा, मार देगा। तो जिस वेले कहते सतगुरु रविदास जी उत्थे भगती करते बैठ गए तो उस वेले हाथी दे अगे उन्होंने सुट दिता गया। तो उस वेले दी जो कथा है उस दे विच कहते हैं कि उस वेले जो हाथी सी, एलीफेंट सी, उसने भी चुक के सतगुरु रविदास जी नूं प्रणाम किया। तो ये सारे कौतक देख के जद राजे सिकंदर लोधी दी एक भी ना चली तो फिर राजा बेहोश होके सतगुरु रविदास जी के चरणों के विच डिग पिया। तो उस वेले दी जो किंगडम सी तुगलका बाग दे विच जो 700 एकड़ दा महल सी, उस वेले कहते हैं कि 1509 नूं राजे सिकंदर ने सतगुरु रविदास नूं अर्पण कर दिता। उन्होंने दे दिता कि जो काम मैनूं करना चाहिए सी वो तुसीं कर रहे हो। जिस वेले सतगुरु रविदास जी ने तो उन्होंने पूछा कि तू की चाहना है, उन्होंने आवाज़ उठाई कि ऐसा चाहूँ राज में जहाँ मिले सबन को अन्न, छोट बड़े सब संबत से रविदास रहे प्रसन्न। उन्होंने कहा कि मैं धर्मां दे मजहबां दे झगड़े में तो पैना ही नहीं चाहता, मैं सारे लोगों को इक्को जिहा देखना चाहता हाँ, सारे लोगों को रोटी पानी जमीन सारा कुछ मिलना चाहिए है। तो यही उन्होंने शब्दों में लिखा कि किसी को किसी का डर, किसी को किसी का भौ नहीं होना चाहिए। कहते हैं कि उस वेले राजे ने यह रियलाइज़ किया कि जो एक चंगे राजे नूं ये काम करने चाहिए हैं वो सतगुरु रविदास जी कर रहे हैं। तो सतगुरु रविदास जी नूं अज असीं सारे चुक के प्रणाम करते हाँ, उन्होंने सल्यूट करते हाँ कि जिन्हां ने
ਅੱਜ ਦੀ ਜੋ ਡੈਮੋਕ੍ਰੇਸੀ ਹੈ ਉਸ ਦੀ ਨੀਂਹ ਅੱਜ ਤੋਂ 600 ਸਾਲ ਪਹਿਲਾਂ ਰੱਖਦੀ ਸੀ। ਉਸ ਵੇਲੇ ਕਹਿੰਦੇ ਨੇ ਕਿ ਜੋ ਰਾਜਾ ਸਿਕੰਦਰ ਲੋਧੀ ਸੀ ਉਸ ਵੇਲੇ ਆਪਣਾ ਜੋ ਸਾਰਾ ਮਹਿਲ ਸੀ ਤੁਗਲਕਾ ਬਾਗ ਦਾ, ਜਿਸ ਦੇ ਵਿੱਚ 700 ਕਨਾਲ ਕਹਿੰਦੇ ਨੇ ਕਿ ਤਕਰੀਬਨ ਮੋਰ ਦੈਨ 80 ਏਕੜ ਜ਼ਮੀਨ ਬਣ ਜਾਂਦੀ ਹੈ। ਉਸ ਦੇ ਵਿੱਚ ਜੋ ਦਾ ਪੈਲਸ ਸੀ ਉਹ ਸਤਿਗੁਰੂ ਰਵਿਦਾਸ ਨੂੰ ਦਾਨ ਕਰਤਾ ਤੇ ਸਤਿਗੁਰੂ ਰਵਿਦਾਸ ਨੂੰ ਆਪਣੇ ਸਿੰਘਾਸਨ ਤੇ ਬਿਠਾ ਕੇ ਇਹ ਉਹਨਾਂ ਨੂੰ ਗੁਰੂ ਬਣ ਕੇ ਉਹਨਾਂ ਦੇ ਦਿੱਤੇ ਹੋਏ ਸ਼ਬਦਾਂ ਦੇ ਵਿੱਚ, ਉਹਨਾਂ ਦੇ ਦਿੱਤੇ ਹੋਏ ਬਾਣੀ ਨੂੰ ਸੁਣ ਕੇ ਉਸ ਦਾ ਦਿਮਾਗ ਇੱਕਦਮ ਪਵਿੱਤਰ ਹੋ ਗਿਆ। ਆਓ ਆਪਾਂ ਵੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਪੜ੍ਹ ਕੇ ਉਹਨਾਂ ਸ਼ਬਦਾਂ ਦੇ ਵਿੱਚੋਂ ਕੁਛ ਨਾ ਕੁਛ ਸਿੱਖੀਏ, ਕੁਛ ਨਾ ਕੁਛ ਲਰਨ ਕਰੀਏ, ਕੁਛ ਨਾ ਕੁਛ ਇਹੋ ਜਿਹੀ ਦੁਨੀਆ ਦੇ ਵਿੱਚ ਜੋ ਪਾਈਆਂ ਹੋਈਆਂ ਡਿਵੀਜ਼ਨਸ ਹਨ, ਜੋ ਆਪਸ ਵਿੱਚ ਪਏ ਹੋਏ ਦਰਾੜਾਂ ਹਨ, ਆਪਸ ਦੇ ਵਿੱਚ ਪਾਈਆਂ ਹੋਈਆਂ ਜੋ ਵੰਡੀਆਂ ਹਨ, ਉਹਨਾਂ ਨੂੰ ਖਤਮ ਕਰੀਏ। ਆਓ ਆਪਾਂ ਇੱਕ ਗੀਤ ਸੁਣਦੇ ਹਾਂ ਕਿ ਸਤਿਗੁਰੂ ਰਵਿਦਾਸ ਜੀ ਨੂੰ ਦਰ ਨੂੰ ਛੱਡ ਕੇ ਲੋਕ ਕਿਉਂ ਇੱਧਰ ਉੱਧਰ ਭਟਕਦੇ ਫਿਰਦੇ ਹਨ, ਕਿਉਂ ਅੱਜ ਵੀ ਅਸੀਂ ਇਹਨਾਂ ਪਖੰਡਾਂ ਦੇ ਵਿੱਚੋਂ, ਇਹਨਾਂ ਵਹਿਮਾਂ ਦੇ ਵਿੱਚੋਂ ਕਿਉਂ ਅੱਜ ਵੀ ਨਹੀਂ ਨਿਕਲਦੇ। ਆਓ ਆਪਾਂ ਇੱਕ ਛੋਟਾ ਗੀਤ ਸੁਣਦੇ ਹਾਂ ਜੀ। दर दर ठोकर खावो ना, गुरु रविदास गुरु है साडा, उसनु दिलों पलावो ना, उसनु दिलों पलावो ना। कौम मेरी दियो वीरो पैणो, जिसने अपने हथकड़ियां लगवाइया सन, कौम की खातिर जिसने अपने हथकड़ियां लगवाइया सन, जेलों दे विच जुल्म सहारे नजरा नहीं चुकाइया सन, उस गुरु दियां चरना तो बिन, उस गुरु दियां चरना तो बिन किते भी शीस झुकावो ना, गुरु रविदास गुरु है साडा, उसनु दिलों पलावो ना, उसनु दिलों पलावो ना। कौम मेरी दियो वीरो पैणो, सतगुरु जी तो जावा मैं बलिहारे जी, काशी वाले सतगुरु जी तो जावा मैं बलिहारे जी, झुग्गियां दे विच रह के जिसने कौम दे महल उसारे सी, वहमा परमा दे विच फस के, वहमा परमा दे विच फस के उसदी रूह तड़फावो ना, गुरु रविदास गुरु है साडा, उसनु दिलों पलावो ना, उसनु दिलों पलावो ना। कौम मेरी दियो वीरो पैणो, गुरपीरा दी धरती उत्ते शक्ति है रविदास तेरी, गुरपीरा दी धरती उत्ते शक्ति है रविदास तेरी, पत्थरियां नू तारन वाले सुन लवो अरदास मेरी, अशोकायो दे दर ते जाके, अशोकायो दे दर ते जाके कदे भी घबरावो ना, गुरु रविदास गुरु है साडा, उसनु कदे पलावो ना, उसनु कदे पलावो ना। कौम मेरी दियो वीरो पैणो,
कोई पूजदा देवी देवते कोई पूजदा बोड़ा नू कोई पूजदा देवी देवते कोई पूजदा बोड़ा नू कोई पूजदा घूगा पीर ते कोई पूजदा होरां नू चंगराया वाला आखे चंगराया वाला आखे अपना धर्म गवावो ना गुरु रविदास गुरु है साडा उसनु कदे भुलावो ना उसनु कदे भुलावो ना कौम मेरी दियो वीरो भैनो कौम मेरी दियो वीरो भैनो दर दर ठोकर खावो ना गुरु रविदास गुरु है साडा उसनु कदे भुलावो ना उसनु कदे भुलावो ना। ਇਸੇ ਗੀਤ ਜੋ ਅੱਜ ਤੋਂ ਤਕਰੀਬਨ 30-35 ਸਾਲ ਪਹਿਲਾਂ ਗਾਇਆ ਗਿਆ ਸੀ ਕਿ ਕੌਮ ਮੇਰੀ ਦੇ ਵੀਰੋ ਭੈਣੋ ਦਰ ਦਰ ਠੋਕਰਾਂ ਖਾਵੋ ਨਾ, ਪਰ ਅਨਫੋਰਚੂਨੇਟਲੀ ਅੱਜ ਵੀ ਅਸੀਂ ਦਰ ਦਰ ਤੇ ਜਾ ਕੇ ਠੋਕਰਾਂ ਖਾਂਦੇ ਹਾਂ। ਅੱਜ ਵੀ ਉਹਨਾਂ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਹੀ ਆਪਸ ਦੇ ਵਿੱਚ ਡਿਵੀਜ਼ਨਸ ਕ੍ਰੀਏਟ ਕਰ ਰਹੇ ਹਾਂ, ਆਪਸ ਦੇ ਝਗੜੇ ਕ੍ਰੀਏਟ ਕਰ ਰਹੇ ਹਾਂ। ਆਓ ਆਪਾਂ ਕੁਛ ਨਾ ਕੁਛ ਤੇ ਇਹਨਾਂ ਸ਼ਬਦਾਂ ਦੇ ਕੋਲੋਂ ਸਿੱਖ ਲਈਏ। ਸਿਰਫ ਇੱਕ ਹੀ ਗੱਲ ਸਿੱਖ ਲਈਏ, ਮੁਸਲਮਾਨ ਸੋਂ ਦੋਸਤੀ हिंदू सो कर प्रीत रविदास जोत सब राम की सब है अपने मीत। जब ये गल प्रैक्टिकली साडे दिमाग दे विच वस जाएगी तो दुनिया अपने आप बेगम पूरा बन जाएगी। जिथे किसी को कोई दुख नहीं होगा, जिथे किसी को कोई तकलीफ नहीं होगी, हर एक बंदा दूसरे आदमी की रिस्पैक्ट करूगा। जब तक असी अपने प्लैनेट नूं जिस प्लैनेट ते असी रहने हाँ धरती जमीन आसमान हवा पानी की रिस्पैक्ट नहीं करते, सफाई नहीं रखते, उदों तक पता नहीं किन्नियां बीमारियां किन्ने लड़ाइयां झगड़ियां ने सानू घेरना है। आओ आपां अज ये सोचीए कि जो पिछले टाइम दे विच साडे कोलों जाने अनजाने विच गलतियां हो जांदियां हन, असीं उन्हां नूं करैक्ट तो नहीं कर सकते, उन्होंने पिछे जाके उस चीज़ को दोबारा तक क्रिएट नहीं कर सकते। पर आने वाले टाइम दे विच जिस तरह राजे सिकंदर लोधी ने अपने सारे गुनाह बख्शा ले तो सतगुरु रविदास जी को सही मान के उन्होंने अपनी चेयर दे दी, अपने तख्त पर बिठा दिता तो उन्होंने गुरु मान के उन्होंने शब्दों को समझ के उन्होंने जो फिलॉसफी सी उसके प्रचार करने लिए उन्होंने वो जगह दे दी कि जो गल्लां एक चंगे राजे नूं जां चंगे किंग नूं करनी चाहिए वो गुरु जी आप कर रहे हैं। जिस वेले सतगुरु रविदास जी के शब्द नूं असीं समझांगे, जिस वेले असीं उन्हां कोलों समझ लवांगे, उन्हां दे विचों सानूं ये समझ लगेगा कि माटी का पुत्रा कैसे नचत है, देखे देखे सुने बोले दौड़ियो फिरत है, जब कुछ पावे तब गर्व करता है, माया गई तब रोगन लगता है। जिस वेले सानू एक चीज़ समझ आ जाएगी कि असी सारे एक ही मिट्टी के बनाए हुए इंसान हाँ। जिस इंसान के कोल ज़्यादा रुपया पैसा हुंदा उसके कोल प्राउड अहंकार आ जाता है, तो जो गरीब बेचारा रह जाता है असी उस नाल धक्का करते हैं, उस पर जुल्म करते हैं, तो फिर साडे विचों इंसानियत खत्म हो जाती है। अगर कोई इहो जिहा इंसान जो किसी नाल धक्का करे या किसी नाल ज्यादती करे, पर जद वो शाम नूं घर जाके सौंदा है ਜਾਂ फिर वो सवेरे उठता है, उस टाइम के दौरान दे विच कदे ना कदे उसके दिमाग दे विच ये जरूर आउंदा होवेगा कि उसने किसी का हक खादा है, उसने किसी नाल ज्यादती की है। आओ आपां किसी का हक ना खाइए, किसी को खो के ना खाइए, आपस में एक इहो जिही सांझ पैदा करिए, एक इहो जे इस प्लैनेट नूं इस धरती नूं एक इहो जिहा भाईचारा क्रिएट कर सकीए कि इत्थे जो एक नफरतां हैं जो डिवीजनस हैं वो सारियां ही खत्म हो सकदियां हैं। तो इस डिवीजन को खत्म करने के लिए असी जो गुरु जी के मैसेज नूं गुरु जी के पैगाम नूं पढ़ांगे, चित्त ला के उन्होंने सुनांगे, चित्त ला के जिस तरह उन्होंने अपने ही शब्द च लिखा है, चित्त सिमरन करियो नैन अवलोकनो सरबन बानी सो जस पूर रखियो, मन सो मुदगर करियो चरण हृदय धरियो, रसन अमृत राम नाम भाखियो, मेरी प्रीत गोबिंद स्यों जिन कटे, मैं तो मोल महंगी लई जी सटे। जदों असी धर्म दीआं बनाईआं होईआं रीतां रिवाजां तो उच्चा उठ के अपने चित्त दे विच माइंड दे अंदर उसका सिमरन करांगे ते उसके अखां दे नाल अपने आप दर्शन हो जाते हैं। उसकी बाणी नूं उसके शब्दां नूं असी समझांगे सुनांगे तो सानू वो जो असली ज्ञान है इंसानियत का ज्ञान है वो सानू अपने आप मिल जाता है। उस तद ही आज सानू मिल सकता है जदों असी
ਇੱਕ ਇਹੋ ਜਿਹੇ ਸਮਾਜ ਦੀ ਕਲਪਨਾ ਕਰਾਂਗੇ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸਤਿਗੁਰੂ ਰਵਿਦਾਸ ਜੀ ਦੇ ਦਰ ਤੇ ਜੋ ਵੀ ਪ੍ਰੇਅਰ ਕਰਦਾ ਹੈ ਜਾਂ ਉਸ ਦੀ ਬਾਣੀ ਨੂੰ ਪੜ੍ਹਦਾ ਹੈ, ਜਾਂ ਅਸੀਂ ਕਿਸੇ ਵੀ ਪੀਰ ਪੈਗੰਬਰ ਦੀ ਬਾਣੀ ਨੂੰ ਪੜ੍ਹਦੇ ਹਾਂ, ਬਾਬਾ ਬੁੱਲੇ ਸ਼ਾਹ ਦੀ ਬਾਣੀ ਨੂੰ ਵੀ ਪੜ੍ਹ ਲਈਏ, ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਪੜ੍ਹ ਲਈਏ, ਸਤਿਗੁਰੂ ਕਬੀਰ ਜੀ ਦੀ ਬਾਣੀ ਨੂੰ ਪੜ੍ਹ ਲਈਏ, ਬਾਬਾ ਫਰੀਦ ਜੀ ਦੀ ਬਾਣੀ ਨੂੰ ਪੜ੍ਹ ਲਈਏ, ਕਿਸੇ ਵੀ ਧਾਰਮਿਕ ਗ੍ਰੰਥ ਨੂੰ ਪੜ੍ਹ ਲਈਏ, ਪਰ ਉਸ ਦੇ ਵਿੱਚੋਂ ਰੀਤਾਂ ਰਿਵਾਜਾਂ ਦੇ ਵਿੱਚ ਪੈਣ ਤੋਂ ਸਿਵਾਏ ਆਪਾਂ ਅਗਰ ਉਸ ਦੇ ਵਿੱਚੋਂ ਕੁਛ ਨਾ ਕੁਛ ਰਿਐਲਿਟੀ ਨੂੰ ਸਮਝਾਂਗੇ, ਸੱਚਾਈ ਨੂੰ ਸਮਝਾਂਗੇ, ਤੇ ਸਾਨੂੰ ਆਪਣੇ ਆਪ ਇਹ ਦੁਨੀਆ ਦੀ ਜੋ ਇੱਕ ਸਹੀ ਡੈਫੀਨੇਸ਼ਨ ਹੈ ਉਹ ਸਾਨੂੰ ਆਪਣੇ ਆਪ ਸਮਝ ਆ ਜਾਵੇਗੀ। ਸਾਡੇ ਆਪਸ ਦੇ ਵਿੱਚ ਜੋ ਡਿਵੀਜ਼ਨ ਹਨ ਧਰਮ ਦੇ ਨਾਂ 'ਤੇ ਜਾਂ ਜ਼ਮੀਨ ਜਾਇਦਾਦ ਦੇ ਨਾਂ 'ਤੇ ਜਾਂ ਰੰਗ ਨਸਲ ਦੇ ਨਾਂ 'ਤੇ ਉਹ ਆਪਣੇ ਆਪ ਖਤਮ ਹੋ ਜਾਵੇਗੀ। ਇੱਕ ਬੜੀ ਹੀ ਸੈਡ ਨਿਊਜ਼ ਹੈ ਕਿ ਸਾਡੇ ਜੋ ਧਰਮਚੰਦ ਮਹੇ ਜੀ ਜੋ ਕਾਂਚੀ ਟੀਵੀ ਦੇ ਪ੍ਰੋਗਰਾਮ ਕਰਦੇ ਹਨ, ਉਹਨਾਂ ਦੇ ਬ੍ਰਦਰ ਬਿਸ਼ਨ ਦਾਸ ਮਹੇ ਜੀ ਦਾ ਬੇਟਾ ਜੋ ਸ਼ੀਲ ਮਹੇ, ਉਹ ਬਰਮਿੰਘਮ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਹੈ 21 ਜੂਨ ਨੂੰ, ਤੇ ਉਹਨਾਂ ਦਾ ਫਿਊਨਰਲ 26 ਆਉਣ ਵਾਲੇ ਫਰਾਈਡੇ ਵਾਲੇ ਦਿਨ ਸੈਂਡਵੈਲ ਵੈਲੀ ਕ੍ਰੈਮੇਟੋਰੀਅਲ ਦੇ ਵਿੱਚ ਉਹ ਉੱਤੇ ਵਿੱਚ ਬੁੱਕ ਕੀਤਾ ਗਿਆ ਹੈ। ਤੇ ਬੜੀ ਸੈਡ ਨਿਊਜ਼ ਹੈ ਕਿ ਦੁਨੀਆ ਦੇ ਵਿੱਚ ਜੋ ਇਨਸਾਨ ਆਉਂਦਾ ਹੈ ਉਹ ਚਲਾ ਜਾਂਦਾ ਹੈ। ਮਿੱਟੀ ਦੀ ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਕਿ ਮਾਟੀ ਕਾ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਦਾ ਹੈ। ਅਸੀਂ ਜ਼ਿੰਦਗੀ ਦੇ ਵਿੱਚ ਦੌੜੇ ਫਿਰਦੇ ਹਾਂ, ਚੱਲਦੇ ਫਿਰਦੇ ਹਾਂ, ਨੱਚਦੇ ਟੱਪਦੇ ਹਾਂ, ਪਰ ਸਾਡੀ ਜ਼ਿੰਦਗੀ ਦਾ ਐਂਡ ਕਦ ਹੋ ਜਾਣਾ ਹੈ ਇਸ ਦਾ ਸਾਨੂੰ ਕਦੇ ਵੀ ਨਹੀਂ ਪਤਾ। ਜਿੰਨੀ ਦੇਰ ਤੱਕ ਸਾਡੇ ਕੋਲ ਜ਼ਿੰਦਗੀ ਹੈ, ਸਾਡੇ ਕੋਲ ਸਾਹ ਹਨ, ਸਾਨੂੰ ਉਹਨਾਂ ਦੇ ਵਿੱਚ ਕੁਛ ਨਾ ਕੁਛ ਤੇ ਚੰਗਾ ਕਰਨ ਦੀ, ਚੰਗਾ ਕਹਿਣ ਦੀ ਜਾਂ ਚੰਗਾ ਸੋਚਣ ਦੀ ਸਾਨੂੰ ਹਿੰਮਤ ਕਰਨੀ ਚਾਹੀਦੀ ਹੈ। ਤੇ ਕਾਂਚੀ ਟੀਵੀ ਦੀ ਪੂਰੀ ਟੀਮ ਜੋ ਮਹੇ ਪਰਿਵਾਰ ਹੈ ਉਸ ਦੇ ਨਾਲ ਇਸ ਦੁੱਖ ਦੇ ਵਿੱਚ ਸਾਂਝ ਪਾਉਂਦੀ ਹੈ। ਤੇ ਇਸ ਗੱਲ ਦਾ ਆਪਾਂ ਖਾਸ ਖਿਆਲ ਰੱਖਣਾ ਹੈ ਕਿ ਜਿਸ ਤਰ੍ਹਾਂ ਵੀ ਉਹਨਾਂ ਦੇ ਘਰ ਦੇ ਵਿੱਚ ਜਾਂ ਅਫਸੋਸ ਦੇ ਲਈ ਜੋ ਵੀ ਜਿਹਨਾਂ ਨੂੰ ਜਾਣਾ ਹੈ, ਜੋ ਅੱਜ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਜਾਂ ਬਿਮਾਰੀ ਦੇ ਹਿਸਾਬ ਦੇ ਨਾਲ ਜੋ ਡਿਸਟੈਂਸ ਦੇ ਮੇਜਰ ਰੱਖੀ ਗਈ ਹੈ ਕਿ ਇੱਕ ਦੂਸਰੇ ਦੇ ਲਾਗੇ ਨਹੀਂ ਜਾਣਾ ਜਾਂ ਇੱਕ ਦੂਸਰੇ ਇਕੱਠੇ ਨਹੀਂ ਹੋਣਾ, ਤੇ ਮੇਰਾ ਖਿਆਲ ਹੈ ਕਿ ਇਹ ਵੀ ਅੱਜ ਹਾਲੇ ਤੱਕ ਵੀ ਇਹ ਕੰਡੀਸ਼ਨ ਲੱਗੀਆਂ ਹੋਈਆਂ ਹਨ। ਜਦੋਂ ਵੀ ਕਿਸੇ ਦੇ ਫਿਊਨਰਲ ਤੇ ਜਾਂਦੇ ਹਾਂ ਉਹ ਬਹੁਤ ਸਾਰੇ ਲਿਮਟਿਡ ਜਿਹੇ ਹੀ ਮੈਂਬਰ ਉੱਥੇ ਜਾਂਦੇ ਹਨ। ਤੁਸੀਂ ਫੋਨ ਤੇ ਜਾ ਕੇ ਉਹਨਾਂ ਦੇ ਨਾਲ ਲਿੰਕ ਕਰ ਸਕਦੇ ਹੋ, ਉਹਨਾਂ ਦਾ ਟੈਲੀਫੋਨ ਨੰਬਰ ਜਾਂ ਐਡਰੈਸ ਤੁਸੀਂ ਕਾਂਚੀ ਟੀਵੀ ਦੇ ਸਟੂਡੀਓ ਤੋਂ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ। ਜਿਨ੍ਹਾਂ ਭੈਣਾਂ ਭਰਾਵਾਂ ਨੂੰ, ਰਿਸ਼ਤੇਦਾਰਾਂ ਨੇ ਜਿਹੜੇ ਇਸ ਦੁੱਖ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਾ ਕੇ ਇਸ ਦੁੱਖ ਦੇ ਵਿੱਚ ਸਾਂਝ ਪਾਉਣੀ ਹੈ ਜਾਂ ਉਹਨਾਂ ਦੇ ਨਾਲ ਖੜੇ ਹਨ, ਤੇ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਕਾਂਚੀ ਟੀਵੀ ਦੇ ਮੇਨ ਸਟੂਡੀਓ ਵਿੱਚ ਜਾ ਕੇ ਜਾਂ ਉੱਥੇ ਫੋਨ ਕਰਕੇ ਉਹਨਾਂ ਦਾ ਐਡਰੈਸ ਤੇ ਜਾਂ ਫਿਰ ਉਹਨਾਂ ਦੀ ਟੈਲੀਫੋਨ ਨੰਬਰ ਤੁਸੀਂ ਲੈ ਸਕਦੇ ਹੋ। ਇਸੇ ਤਰ੍ਹਾਂ ਹੀ ਸਾਡੇ ਲੰਡਨ ਦੇ ਵਿੱਚ ਸਾਡੇ ਵੀਰ ਜੀ ਪ੍ਰੇਮਚੰਦ ਜੀ ਜੋ ਈਸਟ ਲੰਡਨ ਦੇ ਵਿੱਚ ਰਹਿੰਦੇ ਸਨ, ਤੇ ਉਹਨਾਂ ਦਾ ਵੀ ਪਿਛਲੇ ਦਿਨੀ ਉਹਨਾਂ ਦੀ ਡੈਥ ਹੋ ਗਈ ਹੈ। ਅਸੀਂ ਇਸ ਦੇ ਵਿੱਚ ਵੀ ਕਾਂਚੀ ਟੀਵੀ ਦੀ ਪੂਰੀ ਟੀਮ ਦੇ ਵੱਲੋਂ ਤੇ ਸ੍ਰੀ ਗੁਰੂ ਰਵਿਦਾਸ ਨਾਮ ਲੈਵਾ ਪੂਰੀ ਸੰਗਤ ਦੇ ਵੱਲੋਂ ਇਸ ਦੁੱਖ ਦੇ ਵਿੱਚ ਉਹਨਾਂ ਦੇ ਨਾਲ ਖੜੇ ਹਾਂ, ਕਿਉਂਕਿ ਦੁਨੀਆ ਚਲਦੀ ਰਹਿੰਦੀ ਹੈ, ਚਲਦੀ ਦੇ ਜੋ ਆਇਆ ਸੋ ਚਲ ਸੀ ਉਸਨੇ ਇੱਕ ਦਿਨ ਹੀ ਦੁਨੀਆ ਦੇ ਵਿੱਚੋਂ ਛੱਡ ਕੇ ਚਲੇ ਜਾਣਾ ਹੈ। ਤੇ ਇਹ ਆਈ ਚਰਾਈ ਦਾ ਮੇਲਾ ਹੈ। ਆਪਣੇ ਟਾਈਮ ਦੇ ਨਾਲ ਜਿਸ ਨੇ ਵੀ ਜੋ ਦੁਨੀਆ ਵਿੱਚ ਆਇਆ ਹੈ ਉਸਨੇ ਇਹ ਚਲੇ ਜਾਣਾ ਹੈ। ਜਿਸ ਤਰ੍ਹਾਂ ਮੈਂ ਸ਼ਬਦ ਪੜ੍ਹ ਰਿਹਾ ਸੀ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਕਿ ਅਸੀਂ ਸਾਰੇ ਹੀ ਮਿੱਟੀ ਤੋਂ ਬਣੇ ਹੋਏ हैं, जल की पीत पवन का थंबा रक्त बूंद का गारा हाड मास नाड़ी को पिंजर पंखी वसे बेचारा। कि सानू परमात्मा ने हवा ਤੇ ਪਾਣੀ ਦਾ ਸਹਾਰਾ ਦੇ ਕੇ ਹੱਡੀਆਂ ਅਤੇ ਮਾਸ ਦਾ ਇੱਕ ਪਿੰਜਰ ਬਣਾ ਕੇ, ਇੱਕ ਸਟਰਕਚਰ ਬਣਾ ਕੇ ਉਸ ਨੂੰ ਖੜਾ ਕੀਤਾ ਹੋਇਆ ਹੈ। ਇੱਕ ਹਵਾ ਦਾ ਸਹਾਰਾ ਹੈ, ਆਕਸੀਜਨ, ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਕਿ ਆਕਸੀਜਨ ਦੀ ਅਗਰ ਅਸੀਂ ਵੈਲਿਊ ਸਮਝੇ, ਜਿਸ ਦੇ ਨਾਲ ਸਾਨੂੰ ਸਾਹ ਆਉਂਦਾ ਹੈ, ਤੇ ਅਗਰ ਅਸੀਂ ਉਸ ਨੂੰ ਕਿਸੇ ਡੈਡ ਬੋਡੀ ਨੂੰ ਦੁਬਾਰਾ ਉਠਾਉਣਾ ਚਾਹੀਏ ਉਹ ਕਦੇ ਵੀ ਨਹੀਂ ਉੱਠਦਾ, ਕਿਉਂਕਿ ਜਦੋਂ ਜਿੰਨੀ ਦੇਰ ਸਾਹ ਆਉਂਦਾ ਹੈ ਉਨੀ ਦੇਰ ਹੀ ਉਹ ਆਦਮੀ ਚੱਲਦਾ ਰਹਿੰਦਾ ਹੈ, ਅਦਰਵਾਈਜ਼ ਉਹ ਮਿੱਟੀ ਹੀ ਹੋ ਜਾਂਦਾ ਹੈ। ਗੁਰੂ ਰਵਿਦਾਸ ਜੀ ਦੇ ਸ਼ਬਦ ਬਹੁਤ ਹੀ ਐਜੂਕੇਸ਼ਨਲ ਹਨ। ਉਹਨਾਂ ਦੇ ਵਿੱਚ ਬਹੁਤ ਸਾਰੀ ਸਾਨੂੰ ਟੀਚਿੰਗ, ਉਹਨਾਂ 'ਚ ਬਹੁਤ ਸਾਰੇ ਇਹੋ ਜਿਹੇ ਸ਼ਲੋਕ, ਇਹੋ ਜਿਹੇ ਸ਼ਬਦ ਮਿਲਦੇ ਹਨ ਜਿਨ੍ਹਾਂ ਨੂੰ ਅਸੀਂ ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਸਾਇੰਟੀਫਿਕ ਤਰੀਕੇ ਦੇ ਨਾਲ ਉਹਨਾਂ ਨੂੰ ਗਲਤ ਨਹੀਂ ਪ੍ਰੂਵ ਕਰ ਸਕਦੇ। ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ, ਜਿਸ ਤਰ੍ਹਾਂ ਬਹੁਤ ਸਾਰੇ ਲੋਕ ਕਰੋਨਾ ਦੇ ਕਰਕੇ ਜਿਹਨਾਂ ਦੀ ਡੈਥ ਹੋ ਰਹੀ ਹੈ, ਬਹੁਤ ਸਾਰੇ ਲੋਕ ਨੈਚੁਰਲੀ ਡੈਥ ਹੋ ਰਹੀ ਹੈ। ਜਿਸ ਤਰ੍ਹਾਂ ਮੈਂ ਸ਼ੀਲ ਮਹੇ ਦੀ ਗੱਲ ਕੀਤੀ ਹੈ, ਨੈਚੁਰਲੀ ਇਹਨਾਂ ਦੀ ਡੈਥ ਹੋ ਗਈ ਸੀ, ਅਤੇ ਇਸ ਦੇ ਨਾਲ ਹੀ ਪ੍ਰੇਮਚੰਦ ਜੀ ਵੀ ਨੈਚੁਰਲੀ ਉਹਨਾਂ ਦੀ ਡੈਥ ਹੋਈ ਹੈ, ਅਤੇ ਹੋਰ ਬਹੁਤ ਸਾਰੇ ਲੋਕ ਆਈ ਚਰਾਈ ਦੇ ਵਿੱਚ
ਬਹੁਤ ਸਾਰੇ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਲੋਕ ਦੁਨੀਆ ਨੂੰ ਛੱਡ ਕੇ ਜਾ ਰਹੇ ਹਨ। ਦੁਨੀਆ ਦੇ ਵਿੱਚ ਆਉਂਦੇ ਜਾਂਦੇ ਇੱਕ ਕਹਿੰਦੇ ਕਿ ਇੱਕ ਪਲੇਟਫਾਰਮ ਦੀ ਤਰ੍ਹਾਂ, ਇੱਕ ਸਟੇਸ਼ਨ ਦੀ ਤਰ੍ਹਾਂ ਇਹ ਦੁਨੀਆ ਹੈ। ਆਓ ਆਪਾਂ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਚੰਗਾ ਕੰਮ ਕਰ ਲਈਏ, ਕੁਛ ਨਾ ਕੁਛ ਕਿਸੇ ਦਾ ਭਲਾ ਕਰ ਲਈਏ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਇਹ ਅਹਿਸਾਸ ਹੋ ਜਾਵੇ ਕਿ ਅਸੀਂ ਜ਼ਿੰਦਗੀ ਵਿੱਚ ਕਿਸੇ ਦੇ ਕੋਲੋਂ ਖੋਇਆ ਨਹੀਂ, ਕਿਸੇ ਦਾ ਹੱਕ ਨਹੀਂ ਰੱਖਿਆ। ਜਦੋਂ ਅਸੀਂ ਇਹੋ ਜਿਹੇ ਇਨਸਾਨ ਬਣ ਜਾਵਾਂਗੇ ਤੇ ਫਿਰ ਸਤਿਗੁਰੂ ਰਵਿਦਾਸ ਜੀ ਦਾ ਜੋ ਸ਼ਬਦ ਹੈ ਕਿ ਚੰਦਨ ਦੇ ਲਾਗੇ ਇੱਕ ਇਹੋ ਜਿਹਾ ਭੈੜਾ ਪਲਾਂਟ ਵੀ ਉੱਗ ਜਾਵੇ ਜਿਸ ਨੂੰ ਲੋਕ ਹੱਥ ਲਾਉਣ ਤੋਂ ਵੀ ਡਰਦੇ ਹੋਣ, ਉਸ ਦੇ ਕੰਡਿਆਂ ਤੋਂ, ਉਸ ਦੀ ਮਹਿਕ ਤੋਂ ਡਰਦੇ ਹੋਣ, ਅਗਰ ਉਹ ਵੀ ਚੰਦਨ ਦੇ ਦਰਖਤ ਦੇ ਲਾਗੇ ਆ ਜਾਵੇ ਤੇ ਉਸ ਦੇ ਵਿੱਚ ਵੀ ਚੰਦਨ ਵਾਲੀ ਮਹਿਕ ਆ ਜਾਂਦੀ ਹੈ। ਇਹ ਗੁਰੂ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਲਿਖਿਆ ਕਿ ਚੰਦਨ, ਜਿਸ ਨੂੰ ਸੈਂਡਲਵੁੱਡ ਕਿਹਾ ਜਾਂਦਾ ਹੈ, ਉਸ ਦੇ ਲਾਗੇ ਉਸ ਵਿੱਚ ਇੰਨੀ ਠੰਡਕ ਹੁੰਦੀ ਹੈ, ਮਿਠਾਸ ਹੁੰਦੀ ਹੈ। ਉਹ ਜਿਸ ਤਰ੍ਹਾਂ ਗੁਰੂ ਜੀ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਹੈ ਕਿ ਚੰਦਨ ਦੇ ਲਾਗੇ ਕੋਈ ਵੀ ਪਲਾਂਟ, ਦੂਸਰਾ ਵੀ ਜ਼ਹਿਰੀਲਾ ਪਲਾਂਟ ਵੀ ਉੱਗ ਜਾਵੇ, ਉਸ ਦੀ ਜ਼ਹਿਰ ਵੀ ਖਤਮ ਹੋ ਜਾਂਦੀ ਹੈ। ਕਹਿੰਦੇ ਨੇ ਕਿ ਜਦ ਸੱਪ ਦੇ ਵਿੱਚ ਬਹੁਤ ਸਾਰੀ ਜ਼ਹਿਰ, ਬਹੁਤ ਸਾਰੀ ਡੇਂਜਰਸ ਪੋਇਜ਼ਨ ਹੁੰਦੀ ਹੈ, ਜਿਸ ਦੇ ਨਾਲ ਉਹ ਲੜ ਜਾਵੇ ਤੇ ਉਹ ਆਦਮੀ ਦੀ ਡੈਥ ਵੀ ਹੋ ਸਕਦੀ ਹੈ। ਕਹਿੰਦੇ ਪਰ ਜੇ ਚੰਦਨ ਦੇ ਦਰਖਤ ਦੇ ਲਾਗੇ ਸੱਪ ਆ ਕੇ ਲਪੇਟਾ ਮਾਰ ਲਵੇ ਤੇ ਉਸ ਦੀ ਜ਼ਹਿਰ ਵੀ ਖਤਮ ਹੋ ਜਾਂਦੀ ਹੈ। ਇਹੋ ਜਿਹੇ ਹਨ ਗੁਰੂ ਪੀਰ, ਇਹੋ ਜਿਹੇ ਹਨ ਪੀਰ ਪੈਗੰਬਰ, ਇਹੋ ਜਿਹੀ ਹੈ ਗੁਰੂ ਰਵਿਦਾਸ ਜੀ ਦੀ ਬਾਣੀ। ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਹਿਰ, ਸਾਡੇ ਵਿੱਚ ਜੋ ਗੁੱਸਾ ਹੈ, ਗਿਲਾ ਹੈ, ਜੋ ਸਾਡੇ ਆਪ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੇ ਨਫ਼ਰਤਾਂ ਹਨ, ਅਗਰ ਅਸੀਂ ਉਹਨਾਂ ਨੂੰ ਵੀ ਖਤਮ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਵੀ ਉਸ ਸਪੇਦ ਸਪੈਲ ਦੀ, ਉਸ ਇਹੋ ਜਿਹੇ ਪਲਾਂਟ ਦੀ, ਇਹੋ ਜਿਹੇ ਗੁਰੂ ਦੀ, ਇਹੋ ਜਿਹੇ ਸੰਤ ਦੀ, ਇਹੋ ਜਿਹੇ ਫਿਲਾਸਫਰ ਦੀ, ਇਹੋ ਜਿਹੇ ਟੀਚਰ ਦੀ ਫਿਲਾਸਫੀ ਨੂੰ ਫੋਲੋ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦਾ ਸੁਧਾਰ ਕਰ ਸਕੀਏ। ਜਿਸ ਤਰ੍ਹਾਂ ਗੁਰੂ ਜੀ ਨੇ ਕਿਹਾ ਕਿ ਇਹਨਾਂ ਚੀਜ਼ਾਂ ਦਾ ਨੌਲੇਜ ਸਾਨੂੰ ਤਦ ਹੀ ਹੋ ਸਕਦਾ ਹੈ ਅਗਰ ਅਸੀਂ ਚਿੱਤ ਦੇ ਵਿੱਚ ਅਸੀਂ ਇਹ ਰਿਅਲਾਈਜ਼ ਕਰਦੇ ਹਾਂ, ਅਹਿਸਾਸ ਕਰਦੇ ਹਾਂ ਕਿ ਕੀ ਸਹੀ ਹੈ, ਕੀ ਗਲਤ ਹੈ। ਜਦ ਤੱਕ ਅਸੀਂ ਇਹ ਅਹਿਸਾਸ ਨਹੀਂ ਨਾ ਕਰਦੇ, ਤਦ ਤੱਕ ਅਸੀਂ ਭੁੱਲੇ ਹੀ ਰਹਿੰਦੇ ਹਾਂ। ਗੁਰੂ ਰਵਿਦਾਸ ਜੀ ਦੇ ਸ਼ਬਦ, ਚਿੱਤ ਸਿਮਰਨ ਕਰਿਓ ਨੈਣ ਅਵਲਕਨੋ, ਸਰਬਨ ਬਾਣੀ ਸੋ ਜਸ ਪੂਰ ਰੱਖਿਓ, ਮਨ ਸੋ ਮੁਦਕਰ ਕਰਿਓ, ਚਰਨ ਹਿਰਦੇ ਧਰਿਓ, ਰਸਨ ਅੰਮ੍ਰਿਤ ਰਾਮ ਨਾਮ ਭਾਖਿਓ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੇ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ। ਉਸ ਸਟੇਜ ਤੱਕ ਪਹੁੰਚਣਾ ਜਿਸ ਸਟੇਜ ਤੱਕ ਸਤਿਗੁਰੂ ਰਵਿਦਾਸ ਜੀ ਸਾਨੂੰ ਲਿਜਾਣਾ ਚਾਹੁੰਦੇ ਹਨ। ਸਾਨੂੰ ਇੱਕ ਹੌਰੀਬਲ ਪਲਾਂਟ ਤੋਂ, ਸਾਨੂੰ ਇੱਕ ਚੰਦਨ ਦੇ ਲਾਗੇ ਲਿਜਾ ਕੇ ਸਾਡੀ ਜ਼ਹਿਰ, ਸਾਡਾ ਗੁੱਸਾ ਖਤਮ ਕਰਨਾ ਚਾਹੁੰਦੇ ਹਨ। ਉਸ ਦਾ ਸਾਨੂੰ ਸਤਿਗੁਰੂ ਰਵਿਦਾਸ ਜੀ ਰਸਤਾ ਦਿਖਾ ਰਹੇ ਹਨ। ਉਹ ਰਸਤਾ ਸਾਨੂੰ ਕਿੱਥੋਂ ਦਿਸਦਾ ਹੈ? ਸਤਿਗੁਰੂ ਰਵਿਦਾਸ ਜੀ ਆਪਣੇ ਅਗਲੇ ਲਾਈਨਾਂ ਵਿੱਚ ਲਿਖਦੇ ਹਨ, ਸਾਧ ਸੰਗਤ ਬਿਨਾ ਭਉ ਨਹੀਂ ਉਪਜੇ, ਭਾਵ ਬਿਨ ਭਗਤੀ ਨਹੀਂ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ, ਪੈਜ ਰੱਖੋ ਓ ਰਾਜਾ ਰਾਮ ਮੇਰੀ। ਨਿਮਰਤਾ, ਸਾਦਗੀ, ਆਪਸ ਵਿੱਚ ਪ੍ਰੇਮ ਪਿਆਰ, ਆਪਸ ਦੇ ਵਿੱਚ ਵਿਸ਼ਵਾਸ, ਆਪਸ ਦੇ ਵਿੱਚ ਯਕੀਨ, ਇਹੀ ਅਸਲ ਦੇ ਵਿੱਚ ਇੱਕ ਧਰਮ ਦੀ ਸਹੀ ਡੈਫੀਨੇਸ਼ਨ ਹੈ। ਅਗਰ ਸਾਡੇ ਵਿੱਚ ਯਕੀਨ ਨਹੀਂ, ਫੇਥ ਨਹੀਂ, ਬਲੀਵ ਨਹੀਂ, ਸਾਡੇ ਕੋਲ ਸਾਨੂੰ ਉਸ ਦਾ ਸਪਿਰਚੁਅਲੀ ਉਸ ਦਾ ਜੋ ਐਕਸਪੀਰੀਅੰਸ ਹੁੰਦਾ ਹੈ ਉਹ ਨਹੀਂ ਹੁੰਦਾ। ਇਹ ਸਾਰੀਆਂ ਗੱਲਾਂ ਯਕੀਨ ਤੇ ਹੀ ਖੜੀਆਂ ਹੁੰਦੀਆਂ ਹਨ। ਯਕੀਨ ਤੇ ਹੀ ਅੱਜ ਕੱਲ੍ਹ ਦੁਨੀਆ ਦੇ ਵਿੱਚ ਲੈਣੇ ਦੇਣੇ ਹਨ। ਯਕੀਨ ਤੇ ਹੀ ਅਸੀਂ ਕਿਸੇ ਕੋਲੋਂ ਪੈਸੇ ਬੋਰੋ ਕਰਦੇ ਹਾਂ। ਯਕੀਨ ਤੇ ਹੀ ਅਸੀਂ ਕਿਸੇ ਨੂੰ ਪੈਸੇ ਦਿੰਦੇ ਹਾਂ। ਯਕੀਨ ਤੇ ਹੀ ਅਸੀਂ ਟਰਸਟ ਕਰਕੇ ਆਪਣੇ ਬੱਚਿਆਂ ਨੂੰ ਕਿਸੇ ਦੂਸਰੇ ਦੇ ਹਵਾਲੇ ਕਰਕੇ ਕਰਦੇ ਹਾਂ। ਯਕੀਨ ਤੇ ਹੀ ਅਸੀਂ ਇੱਕ ਦੂਸਰੇ ਦੇ ਘਰ ਜਾਂਦੇ ਹਾਂ। ਅਗਰ ਸਾਡਾ ਆਪਸ ਵਿੱਚ ਯਕੀਨ ਖਤਮ ਹੋ ਜਾਵੇ ਤੇ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਕ੍ਰੀਏਟ ਹੋ ਜਾਂਦੀਆਂ ਹਨ। ਤੇ ਅੱਜ ਜਿਸ ਤਰ੍ਹਾਂ ਮੈਂ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਗਰਮੀ ਦੇ ਦਿਨ ਚੱਲ ਰਹੇ ਹਨ, ਕਿ ਦੁਨੀਆ ਦੇ ਵਿੱਚ ਇਹ ਇੱਕ ਹੌਲੀਡੇ ਦਾ ਟਾਈਮ ਸੀ, ਪਰ ਅੱਜ ਦੇਖੋ ਕਿ ਕਈ ਮਹੀਨੇ ਪਹਿਲਾਂ ਇਹ ਦੁਨੀਆ ਦੇ ਵਿੱਚ ਰੌਲਾ ਪੈ ਰਿਹਾ ਸੀ ਕਿ ਦੁਨੀਆ ਵਿੱਚ ਪੋਲਿਊਸ਼ਨ ਵੱਧ ਰਹੀ ਹੈ, ਦੁਨੀਆ ਦੇ ਵਿੱਚ ਓਜ਼ੋਨ ਲੇਅਰ ਕਰੈਕ ਹੋ ਰਹੀ ਹੈ, ਜਾਂ ਦੁਨੀਆ ਦੇ ਵਿੱਚ ਇੱਕ ਵੱਖ-ਵੱਖ ਤਰੀਕਿਆਂ ਦੇ ਨਾਲ ਇਹ ਪਲੈਨਿੰਗ ਕੀਤੀ ਜਾ ਰਹੀ ਸੀ ਕਿ ਇਸ ਐਟਮੋਸਫੀਅਰ ਨੂੰ ਕਲੀਨ ਕਿੱਦਾਂ ਕੀਤਾ ਜਾਵੇ। ਪਰ ਕੋਰੋਨਾ ਵਾਇਰਸ ਆਉਣ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਡੈਥ ਹੋ ਗਈ ਹੈ, ਪਰ ਉਸ ਦੇ ਨਾਲ ਜੋ ਫਾਇਦਾ ਹੋਇਆ ਹੈ ਸਾਨੂੰ ਉਸ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਅੱਜ ਐਟਮੋਸਫੀਅਰ ਕਲੀਅਰ ਹੋ ਗਿਆ ਹੈ, ਸਾਡਾ ਵਾਤਾਵਰਨ ਕਲੀਅਰ ਹੋ ਗਿਆ ਹੈ, ਕਿਉਂਕਿ ਬਸ
ट्रेन ਜਾਂ ਐਰੋਪਲੇਨ ਜਾਂ ਫਲਾਈਟਸ ਜੋ ਹੁੰਦੀਆਂ ਹਨ ਉਹਨਾਂ ਦੇ ਘਟਣ ਦੇ ਨਾਲ ਜੋ ਦੁਨੀਆ ਦੇ ਵਿੱਚ ਧੂਆਂ ਸੀ ਪੋਲਿਊਸ਼ਨ ਹੋਣ ਦੇ ਨਾਲ ਖਤਮ ਹੋਣ ਦੇ ਨਾਲ ਸਾਡੀ ਆਕਸੀਜਨ ਦੀ ਮਾਤਰਾ ਵੱਧ ਗਈ ਹੈ। ਆਕਸੀਜਨ ਦੀ ਮਾਤਰਾ ਵਧਣ ਦੇ ਨਾਲ ਨਾਲ ਜੋ ਸਾਡੇ ਦਰਖਤ ਹਨ ਜਿਨ੍ਹਾਂ ਨੂੰ ਅਸੀਂ ਪਾਣੀ ਪਾਉਣਾ ਹੈ ਜਿਨ੍ਹਾਂ ਦੇ ਅਸੀਂ ਫਲ ਫਰੂਟ ਖਾਂਦੇ ਹਨ ਸਾਨੂੰ ਉਹਨਾਂ ਦੀ ਵੀ ਗ੍ਰੀਨਰੀ ਨਜ਼ਰ ਆਉਂਦੀ ਹੈ। ਸਾਨੂੰ ਐਟਮੋਸਫੀਅਰ ਸਾਨੂੰ ਵਾਤਾਵਰਨ ਸਾਫ਼ ਨਜ਼ਰ ਆਉਂਦਾ ਹੈ। ਇਸ ਨੂੰ ਬਣਾਏ ਰੱਖਣਾ ਸਫਾਈ ਰੱਖਣੀ ਹੈ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਜੋ ਖਲਾਰੇ ਹੁੰਦੇ ਹਨ ਜਾਂ ਰਬਿਸ਼ ਇੱਧਰ ਉੱਧਰ ਆਪਾਂ ਸਿੱਟ ਦਈਦਾ ਹੈ ਸਾਨੂੰ ਉਸ ਦੇ ਵਿੱਚੋਂ ਕੁਛ ਨਾ ਕੁਛ ਇਹ ਲੈਸਨ ਲਰਨ ਕਰ ਲਈਦਾ ਹੈ ਕਿ ਜਦੋਂ ਅਸੀਂ ਜਾਂਦੇ ਹਾਂ ਤੇ ਜੋ ਸਾਡੇ ਕੋਲ ਜੋ ਆਪਣਾ ਦਾ ਵੇਸਟ ਹੁੰਦਾ ਹੈ ਜਾਂ ਰਬਿਸ਼ ਹੁੰਦਾ ਹੈ ਉਸ ਨੂੰ ਸਹੀ ਤਰੀਕੇ ਦੇ ਨਾਲ ਡਿਸਪੋਜ਼ ਆਫ ਕਰਨਾ ਚਾਹੀਦਾ ਹੈ। ਪਰ ਅਨਫੋਰਚੂਨੇਟਲੀ ਜੋ ਵੈਸਟਰਨ ਕੰਟਰੀਜ਼ ਹਨ ਇਸ ਦੇ ਵਿੱਚ ਇਹਨਾਂ ਚੀਜ਼ਾਂ ਦਾ ਅਸੀਂ ਖਾਸ ਖਿਆਲ ਰੱਖਦੇ ਹਾਂ ਪਰ ਜੋ ਈਸਟਰਨ ਕੰਟਰੀਜ਼ ਹੈ ਇੰਡੀਆ ਪਾਕਿਸਤਾਨ ਜਾਂ ਬੰਗਲਾਦੇਸ਼ ਦੇ ਵਿੱਚ ਹੋਵੇ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਪਰ ਜੋ ਉੱਥੇ ਹੋ ਰਿਹਾ ਮੈਂ ਉਸ ਦੀ ਗੱਲ ਕਰ ਰਿਹਾ ਹਾਂ। ਉੱਥੇ ਅਕਸਰ ਦੇਖਿਆ ਜਾਂਦਾ ਹੈ ਕਿ ਅਸੀਂ ਤੁਰੇ ਜਾਂਦੇ ਹੀ ਖਾਣੇ ਵਾਲੀਆਂ ਪਲੇਟਾਂ ਬੋਤਲਾਂ ਜਾਂ ਗਲਾਸ ਜਾਂ ਕੱਪ ਇੱਧਰ ਉੱਧਰ ਐਵੇਂ ਹੀ ਸਿੱਟ ਦਿੰਦੇ ਹਨ ਜੋ ਪਲਾਸਟਿਕ ਦੇ ਹੁੰਦੇ ਹਨ ਤੇ ਪਲਾਸਟਿਕ ਨੂੰ ਕਹਿੰਦੇ ਨੇ ਕਿ ਉਸ ਨੂੰ ਮਿੱਟੀ ਦੇ ਵਿੱਚ ਮਿੱਟੀ ਮਿਲਣ ਦੇ ਲਈ ਕਈ ਸਾਲ ਲੱਗ ਜਾਂਦੇ ਹਨ ਤੇ ਜੋ ਜਾਨਵਰ ਹੁੰਦੇ ਹਨ ਜਿਸ ਤਰ੍ਹਾਂ ਮੱਛੀਆਂ ਹਨ ਜਾਂ ਗਾਵਾਂ ਭੇਡਾਂ ਬੱਕਰੀਆਂ ਹਨ ਜੋ ਇੱਧਰ ਉੱਧਰ ਤੁਰ ਕੇ ਆਪਣਾ ਖਾਣਾ ਲੱਭਦੇ ਹਨ ਉਹ ਉਸੇ ਚੀਜ਼ਾਂ ਨੂੰ ਖਾ ਲੈਂਦੇ ਹਨ ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਨੁਕਸਾਨ ਹੁੰਦਾ ਹੈ। ਅਗਰ ਅਸੀਂ ਚਾਹੁੰਦੇ ਹਾਂ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣਾ ਅਸੀਂ ਚਾਹੁੰਦੇ ਹਾਂ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਸਾਨੂੰ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ। ਅਗਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪੀਣ ਵਾਲਾ ਪਾਣੀ ਸਾਫ਼ ਮਿਲੇ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਜੋ ਦਰਖਤ ਹਨ ਜਾਂ ਪਲਾਂਟ ਹਨ ਉਹਨਾਂ ਦੇ ਵਿੱਚੋਂ ਜੋ ਫਰੂਟ ਮਿਲਦਾ ਹੈ ਉਹ ਸਾਨੂੰ ਸਹੀ ਮਿਲੇ ਤੇ ਸਾਨੂੰ ਉਸ ਦਾ ਖਿਆਲ ਤੇ ਜ਼ਰੂਰ ਰੱਖਣਾ ਚਾਹੀਦਾ ਹੈ। ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਨੇ ਕਿਹਾ ਸੀ ਕਿ ਜੋ ਇੱਕ ਸਿਆਣੀ ਔਰਤ ਹੁੰਦੀ ਹੈ ਇੱਕ ਚੰਗੀ ਲੇਡੀ ਹੁੰਦੀ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਨੇ ਦੁੱਧ ਤੋਂ ਬਟਰ ਕਿਸ ਤਰ੍ਹਾਂ ਬਣਾਉਣਾ ਹੈ ਆਮ ਲੋਕਾਂ ਨੂੰ ਨਹੀਂ ਪਤਾ। ਉਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਕਿ ਜੋ ਫਲ ਹੁੰਦੇ ਹਨ ਫਰੂਟ ਹੁੰਦੇ ਹਨ ਉਹ ਟਰੀ ਨੂੰ ਕਿਸ ਤਰ੍ਹਾਂ ਲੱਗਦੇ ਹਨ ਕਿ ਇੱਕ ਟਰੀ ਨੂੰ ਪਹਿਲਾਂ ਪੱਤੇ ਨਿਕਲਦੇ ਹਨ ਫਿਰ ਉਹ ਪਹਿਲਾਂ ਉਸ ਤੋਂ ਬਾਅਦ ਫੁੱਲ ਨਿਕਲਦੇ ਹਨ ਫੁੱਲਾਂ ਤੋਂ ਬਾਅਦ ਦੇ ਵਿੱਚ ਜਿਸ ਵੇਲੇ ਉਹਨਾਂ ਨੂੰ ਚੰਗੇ ਫਰੂਟ ਲੱਗ ਜਾਂਦੇ ਹਨ ਤੇ ਉਸ ਵੇਲੇ ਉਹਨਾਂ ਫੁੱਲਾਂ ਦੀ ਤੇ ਜਾਂ ਉਹਨਾਂ ਪੱਤਿਆਂ ਦੀ ਵੈਲਿਊ ਘਟ ਜਾਂਦੀ ਹੈ। ਤੇ ਅਗਰ ਅਸੀਂ ਉਹ ਫਰੂਟ ਦੇਖਣਾ ਚਾਹੁੰਦੇ ਹਾਂ ਅਗਰ ਅਸੀਂ ਉਸ ਦੁੱਧ ਤੋਂ ਬਟਰ ਦੇਖਣਾ ਚਾਹੁੰਦੇ ਹਾਂ ਤੇ ਸਾਨੂੰ ਉਸ ਵਿੱਚ ਲੌਜਿਕ ਯੂਜ਼ ਕਰਨ ਦੀ ਜ਼ਰੂਰਤ ਹੁੰਦੀ ਹੈ। ਸਾਨੂੰ ਉਸ ਦੇ ਵਿੱਚ ਉਸ ਨੂੰ ਕਿਸ ਤਰੀਕੇ ਕਿੱਦਾਂ ਫੋਲੋ ਕਰਨਾ ਹੈ ਸਾਨੂੰ ਉਸ ਨੂੰ ਫੋਲੋ ਕਰਨ ਦੀ ਜ਼ਰੂਰਤ ਹੈ। ਗੁਰੂ ਰਵਿਦਾਸ ਨੇ ਇਸੇ ਤਰ੍ਹਾਂ ਇਹ ਐਗਜ਼ਾਮਪਲ ਦਿੱਤੀ ਕਿ ਅਸੀਂ ਆਪਣੇ ਮਾਈਂਡ ਨੂੰ ਇੱਕ ਸਾਈਡ ਤੋਂ ਲੈ ਕੇ ਦੂਸਰੇ ਤੱਕ ਕਿਸ ਤਰ੍ਹਾਂ ਲੈ ਕੇ ਜਾਣਾ ਹੈ। ਉਹਨਾਂ ਨੇ ਕਰਮ ਤੇ ਧਰਮ ਦੀ ਗੱਲ ਕੀਤੀ ਸੀ ਕਿ ਲੋਕ ਕਰਮਾਂ ਦੇ ਵਿੱਚ ਪਖੰਡਾਂ ਦੇ ਵਿੱਚ ਪੈ ਕੇ ਉਸ ਨੂੰ ਰਿਐਲਿਟੀ ਦੇ ਵਿੱਚ ਕਿਸ ਤਰ੍ਹਾਂ ਅਸੀਂ ਬਦਲਣਾ ਹੈ। ਜਿਸ ਤਰ੍ਹਾਂ ਉਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਇੱਕ ਸਿਆਣੀ ਲੇਡੀ ਸਿਆਣੀ ਔਰਤ ਨੂੰ ਪਤਾ ਹੈ ਕਿ ਉਸਨੇ ਕਿਸ ਤਰ੍ਹਾਂ ਦੁੱਧ ਨੂੰ ਗਰਮ ਕਰਕੇ ਉਸ ਦਾ ਦਹੀਂ ਬਣਾਉਣਾ ਹੈ ਦਹੀਂ ਨੂੰ ਉਸ ਨੂੰ ਸਪਿਨ ਕਰਕੇ ਉਸ ਨੂੰ ਰਿੜਕ ਕੇ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਵਿੱਚ ਬਟਰ ਮੱਖਣ ਪੈਦਾ ਕਰਨਾ ਹੈ ਉਸ ਤੋਂ ਬਾਅਦ ਦੇ ਵਿੱਚ ਉਸ ਦਾ ਜੋ ਸ਼ੁੱਧ ਘੀ ਹੁੰਦਾ ਹੈ ਉਸ ਨੂੰ ਬਣਾਉਣਾ ਉੱਥੋਂ ਤੱਕ ਪਹੁੰਚਣ ਦੇ ਲਈ ਉਸ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਹੀ ਸਾਨੂੰ ਆਪਣੇ ਮਾਈਂਡ ਨੂੰ ਪਵਿੱਤਰ ਕਰਨ ਲਈ ਉਸ ਨੂੰ ਵੀ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ। ਸਾਨੂੰ ਘੱਟੋ ਘੱਟ ਸਵੇਰੇ ਤੇ ਸ਼ਾਮ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਕਿੰਨੇ ਸਹੀ ਕੰਮ ਕੀਤੇ ਕਿੰਨੇ ਗਲਤ ਕੰਮ ਕੀਤੇ। ਜਦੋਂ ਅਸੀਂ ਇਹਨਾਂ ਦੀ ਕੈਲਕੂਲੇਸ਼ਨ ਕਰਨੀ ਸ਼ੁਰੂ ਕਰਾਂਗੇ ਤਾਂ ਸਾਨੂੰ ਆਟੋਮੈਟਿਕਲੀ ਅਹਿਸਾਸ ਹੋ ਜਾਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਕੱਲ ਕੀ ਮੇਰੇ ਕੋਲੋਂ ਗਲਤ ਹੋਇਆ ਸੀ ਜਾਂ ਕੀ ਮੇਰੇ ਕੋਲੋਂ ਸਹੀ ਹੋਇਆ ਸੀ। ਅਗਰ ਉਹ ਗਲਤ ਹੋਇਆ ਸੀ ਤੇ ਮੈਂ ਉਸ ਨੂੰ ਵਾਪਸ ਜਾ ਕੇ ਰਿਪੇਅਰ ਤਾਂ ਨਹੀਂ ਕਰ ਸਕਦਾ ਪਰ ਆਉਣ ਵਾਲੇ ਟਾਈਮ ਦੇ ਵਿੱਚ ਉਸ ਦਾ ਖਿਆਲ ਜ਼ਰੂਰ ਰੱਖ ਸਕਦਾ ਹਾਂ। ਇਹੋ ਜਿਹੀ ਸਾਨੂੰ ਸਿੱਖਿਆ ਇਹੋ ਜਿਹੀ ਸਾਨੂੰ ਐਜੂਕੇਸ਼ਨ ਇਹੋ ਜਿਹਾ ਨੌਲੇਜ ਸਾਨੂੰ ਸ਼ਬਦਾਂ ਦੇ ਕੋਲੋਂ ਮਿਲਦਾ ਹੈ। ਸਾਨੂੰ ਵੇਦ ਜਾਂ ਕੁਰਾਨ ਜਾਂ ਬਾਈਬਲ ਪੜ੍ਹ ਕੇ ਅਗਰ ਅਸੀਂ ਉਸ ਨੂੰ ਪੜ੍ਹਦੇ ਜਾਈਏ ਤੇ ਉਸ ਦੇ ਕੋਲ ਕੁਛ ਨਾ ਕੁਛ ਐਕਸਪੈਕਟ ਕਰਦੇ ਜਾਈਏ ਕਿ ਅਗਰ ਮੈਂ ਪੜ੍ਹ ਲਿਆ ਤੇ ਮੈਨੂੰ ਇਹ ਕੁਛ ਮਿਲ ਜਾਵੇ। ਇਸ ਦੇ ਸਿਵਾਏ ਅਗਰ ਅਸੀਂ ਉਹਨਾਂ ਦੇ ਰੂਲਸ ਰੈਗੂਲੇਸ਼ਨ ਉਸ ਦੇ ਵਿੱਚ ਜੋ ਸਾਨੂੰ ਸਿੱਖਿਆ ਦਿੱਤੀ ਗਈ ਹੈ ਅਗਰ ਉਸ ਨੂੰ ਅਸੀਂ ਸਹੀ ਤਰੀਕੇ ਦੇ ਨਾਲ ਸਮਝਾਂਗੇ ਤੇ ਸਾਨੂੰ ਜ਼ਿੰਦਗੀ ਦਾ ਅਹਿਸਾਸ ਹੋ ਜਾਂਦਾ ਹੈ। ਸਾਨੂੰ ਜੋ ਧਰਮਾਂ ਦੇ ਨਾਂ ਤੇ ਪਾਈਆਂ ਹੋਈਆਂ ਡਿਵੀਜ਼ਨਸ ਹੈ ਉਹ ਆਪਣੇ ਆਪ ਖਤਮ ਹੁੰਦੀਆਂ ਨਜ਼ਰ ਆਉਂਦੀਆਂ ਹਨ। ਤੇ ਅੱਜ 21st ਸੈਂਚੁਰੀ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਉਣ ਵਾਲੀ ਜਨਰੇਸ਼ਨ ਇਹ ਜੋ ਦੁਨੀਆ ਦੇ ਬਣਾਏ ਹੋਏ
ਧਰਮ ਹਨ ਜਾਂ ਪਖੰਡ ਹਨ ਜਾਂ ਕੋ ਦੁਨੀਆ ਦੇ ਬਣਾਏ ਹੋਏ ਰੀਤ ਰਿਵਾਜ ਹਨ, ਉਹਨਾਂ ਤੋਂ ਬਹੁਤ ਉੱਚਾ ਉੱਠ ਕੇ ਧਰਮ ਦੇ ਨਾਂ 'ਤੇ, ਨਸਲ ਦੇ ਨਾਂ 'ਤੇ, ਰੰਗ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਅਮੀਰੀ ਗਰੀਬੀ ਦੇ ਨਾਂ 'ਤੇ ਪਾਏ ਹੋਏ ਸਾਰੇ ਫਰਕਾਂ ਨੂੰ ਉਹ ਭੁੱਲ ਕੇ ਇੱਕ ਮਾਡਰਨ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ। ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਸਾਨੂੰ ਜ਼ਿੰਦਗੀ ਜਿਉਣੀ ਚਾਹੀਦੀ ਹੈ। ਅਗਰ ਸਾਨੂੰ ਸਾਡੇ ਨੌਲੇਜ ਤੋਂ ਅਗਰ ਸਾਨੂੰ ਕੁਝ ਨਹੀਂ ਮਿਲ ਰਿਹਾ, ਆਓ ਕਿਉਂ ਨਾ ਆਪਾਂ ਛੋਟੇ ਬੱਚਿਆਂ ਤੋਂ, ਆਉਣ ਵਾਲੀ ਜਨਰੇਸ਼ਨ ਤੋਂ ਸਿੱਖ ਲਈਏ ਕਿ ਉਹ ਅਗਰ ਉਹ ਨਹੀਂ ਚਾਹੁੰਦੇ ਕਿਸੇ ਦੇ ਵਿੱਚ ਫਰਕ, ਉਹ ਨਹੀਂ ਚਾਹੁੰਦੇ ਕਿ ਕਿਸੇ ਦੇ ਨੂੰ ਦੁੱਖ ਦਿੱਤਾ ਜਾਵੇ, ਅਗਰ ਉਹ ਨਹੀਂ ਚਾਹੁੰਦੇ ਕਿ ਕਿਸੇ ਦੇ ਵਿੱਚ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾਵੇ, ਤੇ ਫਿਰ ਸਾਡੇ ਮਨਾਂ ਦੇ ਵਿੱਚ ਇਹ ਡਿਸਕ੍ਰਿਮੀਨੇਸ਼ਨ ਜਾਂ ਫਰਕ ਕਿਉਂ ਹੈ? ਅਗਰ ਸਾਡਾ ਦਿਮਾਗ ਇਹ ਨਹੀਂ ਸਮਝ ਰਿਹਾ, ਇਸ ਫਿਲਾਸਫੀ ਨੂੰ ਨਹੀਂ ਸਮਝ ਰਿਹਾ, ਆਓ ਆਪਾਂ ਆਉਣ ਵਾਲੀ ਜਨਰੇਸ਼ਨ ਦੇ ਕੋਲੋਂ ਜਾਂ ਆਉਣ ਵਾਲੇ ਯੁੱਗ ਦੇ ਵਿੱਚੋਂ ਜਾਂ ਜੋ ਸਾਡੇ ਬੱਚੇ ਹਨ ਜਾਂ ਉਹਨਾਂ ਤੋਂ ਅੱਗੇ ਜੋ ਜਨਰੇਸ਼ਨ ਹੈ ਉਹਨਾਂ ਦੇ ਕੋਲੋਂ ਨੌਲੇਜ ਲੈ ਕੇ ਕੁਛ ਨਾ ਕੁਛ ਇਹ ਤਾਂ ਸਿੱਖ ਲਈਏ ਕਿ ਅਸੀਂ ਆਪਸ ਦੇ ਵਿੱਚ ਭਾਈਚਾਰਾ ਕਿਸ ਤਰ੍ਹਾਂ ਕ੍ਰੀਏਟ ਕਰਨਾ ਹੈ। ਜਦੋਂ ਅਸੀਂ ਇਹ ਸਮਝ ਜਾਵਾਂਗੇ ਤਾਂ ਸਾਨੂੰ ਗੁਰੂ ਰਵਿਦਾਸ ਜੀ ਦੇ ਜੋ ਸ਼ਬਦ ਹੈ ਬੇਗਮਪੁਰਾ ਕਿ ਜਿੱਥੇ ਕਿਸੇ ਨੂੰ ਕੋਈ ਦੁੱਖ ਨਹੀਂ, ਜਿੱਥੇ ਕਿਸੇ ਨੂੰ ਕੋਈ ਤਕਲੀਫ ਨਹੀਂ, ਤਿਉਂ ਤੋਂ ਸੈਲ ਕਰੇ ਜੋ ਭਾਵੇ, ਮਹਿਰਮ ਮੈਲ ਨਾ ਕੋ ਅਟਕਾਵੇ, ਕਿ ਹਰ ਇੱਕ ਬੰਦੇ ਨੂੰ ਆਜ਼ਾਦੀ ਦੇ ਨਾਲ ਇੱਧਰ ਉੱਧਰ ਘੁੰਮਣ ਫਿਰਨ ਦਾ ਹੱਕ ਹੋਣਾ ਚਾਹੀਦਾ ਹੈ। ਇਹ ਗੁਰੂਆਂ ਦੀ ਬਾਣੀ ਹੈ, ਗੁਰੂਆਂ ਦੇ ਸ਼ਬਦ ਹਨ। ਕੰਚੀ ਟੀਵੀ ਦੇ ਨਾਲ ਜੁੜੇ ਰਹੋ। ਕੰਚੀ ਟੀਵੀ ਤੁਹਾਡਾ ਆਪਣਾ ਹੈ, ਇਸ ਦੇ ਨਾਲ ਇਸ ਦੀ ਸਪੋਰਟ ਕਰਦੇ ਰਹਿਣਾ। ਤੇ ਕੰਚੀ ਟੀਵੀ ਹਮੇਸ਼ਾ ਹੀ ਸਾਰੇ ਧਰਮਾਂ ਦੀ ਬਰਾਬਰ ਰਿਸਪੈਕਟ ਕਰਦਾ ਹੈ। ਆਪ ਸਾਰਿਆਂ ਦਾ ਇਹ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ। ਜੈ ਗੁਰਦੇਵ, ਧੰਨ ਗੁਰਦੇਵ।